जी बेटा, ਆਪਾਂ ਹਜੇ ਤੱਕ 6 ਡੈਰੀਵੇਸ਼ਨ ਬੇਟਾ ਸਫੈਰੀਕਲ ਰਿਫਰੈਕਟਿੰਗ ਸਰਫੇਸ ਦੇ ਕੀਤੇ, ਜਿਹਦੇ ਵਿੱਚ ਮੈਂ ਦੋ ਹੀ ਗੱਲਾਂ ਕਰਵਾਈਆਂ ਤੁਹਾਨੂੰ। ਆਬਜੈਕਟ ਬਾਹਰ ਪਿਆ, ਸਰਫੇਸ ਜਿਹੜਾ ਸਫੈਰੀਕਲ ਰਿਫਰੈਕਟਿੰਗ ਮੀਡੀਅਮ ਆ ਹਨਾ, ਆਬਜੈਕਟ ਜਾਂ ਤਾਂ ਉਹਦੇ ਬਾਹਰ ਪਿਆ ਔਰ ਜਾਂ ਉਹਦੇ ਅੰਦਰ ਪਿਆ। ਜਦੋਂ ਆਬਜੈਕਟ ਬਾਹਰ ਪਿਆ ਸੀ ਤਾਂ ਸਾਡੇ ਆਨਸਰ ਇੱਕੋ ਜਿਹੇ ਆਏ ਸੀ, ਜਦੋਂ ਆਬਜੈਕਟ ਅੰਦਰ ਪਿਆ ਸੀ ਸਾਡੇ ਆਨਸਰ ਇੱਕੋ ਜਿਹੇ ਆਏ ਸੀ। ਦੋ ਹੀ ਰਿਜ਼ਲਟ ਆ 6 ਡੈਰੀਵੇਸ਼ਨਸ ਦੇ ਵਿੱਚ, ਠੀਕ ਆ। ਤੁਸੀਂ ਇਹ ਚੈੱਕ ਵੀ ਕਰਿਆ, ਵੈਰੀਫਾਈ ਵੀ ਕਰਿਆ। ਅੱਜ ਆਪਾਂ ਉਹਨਾਂ ਦੋਨਾਂ ਰਿਜ਼ਲਟਸ ਤੇ ਇੱਕ ਨੋਟ ਲਿਖਾਂਗੇ। ਜੇ ਮੈਂ, ਕਿਉਂਕਿ ਰੱਟੇ ਮਾਰਨੇ ਬੜੇ ਮੁਸ਼ਕਲ ਆ, ਤੁਹਾਨੂੰ ਵੀ ਪਤਾ ਇਸ ਗੱਲ ਦਾ, ਰੱਟਾ ਮੈਂ ਮਾਰਨ ਨੂੰ ਕਦੇ ਰਿਕਮੈਂਡ ਨਹੀਂ ਕਰਦਾ। ਮੈਂ ਸਿਰਫ ਤੁਹਾਨੂੰ ਇਹ ਬੋਲੂੰਗਾ ਵੀ 6 ਚੋਂ ਆਪਾਂ ਇੱਕ ਫਾਰਮੂਲਾ ਯਾਦ ਕਰਾਂਗੇ। ਓਕੇ, ਫਾਰਮੂਲੇ ਦੋ ਹੀ, ਇੱਕ ਯਾਦ ਕਰਾਂਗੇ, ਦੂਜਾ ਉਹ ਤੋਂ ਬਣਾਵਾਂਗੇ। ਠੀਕ ਆ, ਕਿੱਦਾਂ ਬਣਾਉਣਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ ਧਿਆਨ ਨਾਲ ਸੁਣ ਲਿਓ ਗੱਲ, ਗੱਲ ਬੜੀ ਇੰਟਰਸਟਿੰਗ ਆ ਔਰ ਬਹੁਤ ਆਸਾਨ ਆ, ਧਿਆਨ ਨਾਲ ਸੁਣ ਲਿਓ। ਇੱਕ ਨੋਟ ਲਿਖੋ, ਇੱਕ ਨੋਟ ਲਿਖੋ। ਭਾਵੇਂ ਕਨਵੈਕਸ ਹੋਵੇ ਤੇ ਭਾਵੇਂ ਕਨਕੇਵ ਹੋਵੇ, ਸਫੈਰੀਕਲ ਰਿਫਰੈਕਟਿੰਗ ਸਰਫੇਸ ਵਾਸਤੇ ਫੋਰ ਕਨਵੈਕਸ oblique concave spherical refracting surface, ਭਾਵੇਂ ਤਾਂ ਕਨਵੈਕਸ ਹੋਵੇ ਤੇ ਭਾਵੇਂ ਕਨਕੇਵ ਹੋਵੇ। ਕਨਵੈਕਸ ਜਾਂ ਕਨਕੇਵ ਸਫੈਰੀਕਲ ਰਿਫਰੈਕਟਿੰਗ ਸਰਫੇਸ ਆ ਜਿਹੜਾ, ਜਿਹਦੇ ਵਾਸਤੇ ਮੈਂ ਇੱਕ ਡੈਰੀਵੇਸ਼ਨ ਕੀਤਾ ਸੀ ਦੋਨਾਂ ਵਾਸਤੇ, ਤਾਂ ਮੈਨੂੰ ਰਿਜ਼ਲਟ ਮਿਲੇ ਸੀ। ਇਹਦੇ ਵਿੱਚ ਕੇਸ ਨੰਬਰ 1 ਪਹਿਲਾ ਕਿਹੜਾ ਸੀ? when object placed, सर सिग्नल रेड आ रहा है। नहीं बेटा, मेरे पास बहुत अच्छा। when the object placed, थोड़ा जा वीक है, येलो आ रहा है मेरे। तो बेटा when object placed in rarer medium, बाहर पिया, ब्रैकेट च पा दो आउटसाइड, ठीक है, बाहर पिया। ਜਦੋਂ ਬਾਹਰ ਪਿਆ ਤਾਂ ਸਾਡਾ ਫਾਰਮੂਲਾ ਜਿਹੜਾ ਬਣਿਆ ਸੀ ਉਹ ਬਣਿਆ ਸੀ -1/u -1/u plus μ/v is equal to μ -1/r। ਚੈੱਕ ਕਰਿਓ, ਆਹੀ ਬਣਿਆ ਸੀ। ਜਿਹੜਾ μ ਹੈਗਾ, μ ਰਿਫਰੈਕਟਿਵ ਇੰਡੈਕਸ ਆ ਦੂਜੇ ਦੀ, ਯਾਨੀ ਕਿ ਡੈਂਸਰ ਦੀ ਰੇਅਰ ਦੇ ਰਿਸਪੈਕਟ ਚ। ਮੈਂ 2 ਵਿਦ ਰਿਸਪੈਕਟ ਟੂ 1 ਜਾਣ ਕੇ ਨਹੀਂ ਲਿਖਿਆ, ਮੈਂ ਚਾਹਾਂ ਤਾਂ ਮੈਂ ਇੱਥੇ ਲਿਖ ਵੀ ਸਕਦਾ, ਠੀਕ ਹੈ। ਮੈਂ ਸਿੰਪਲੀ ਇਦਾਂ ਹੀ ਯਾਦ ਰੱਖੂੰਗਾ ਇਹਨੂੰ, ਵੀ ਤੁਹਾਡੇ ਯਾਦ ਰੱਖਣ ਵਾਸਤੇ ਆਏ। ਜਿੱਥੇ ਲਿਖਣਾ ਚਾਹੋ ਤਾਂ ਤੁਸੀਂ ਇੱਥੇ ਵੀ 2 ਵਿਦ ਰਿਸਪੈਕਟ ਟੂ 1 ਆਊਗਾ, ਇੱਥੇ ਵੀ 2 ਵਿਦ ਰਿਸਪੈਕਟ ਟੂ 1 ਆਊਗਾ। ਇਹ ਫਾਰਮੂਲਾ ਤੁਹਾਡੇ ਯਾਦ ਹੋ ਗਿਆ। ਇੱਕ ਯਾਦ ਕਰਨਾ ਬਸ, -1/u plus μ/v is equal to μ -1/r। ਕਿਉਂ ਵੀ ਸਾਰਿਆਂ ਦੇ ਯਾਦ ਹੋ ਗਿਆ ਕਿ ਨਹੀਂ ਹੋ ਗਿਆ? ਇਹ ਯਾਦ ਕਰ ਲਿਓ। ਇੱਕ ਫਾਰਮੂਲਾ ਜੇ ਯਾਦ ਕਰ ਲਿਆ ਤਾਂ ਦੂਸਰਾ ਆਪਣੇ ਆਪ ਬਣ ਜਾਊਗਾ। when object is placed in denser medium, ਜਦੋਂ ਆਬਜੈਕਟ ਅੰਦਰ ਪਿਆ, ਇਨਸਾਈਡ, ਜਦੋਂ ਆਬਜੈਕਟ ਅੰਦਰ ਪਿਆ, ਮੀਡੀਅਮ ਦੇ ਵਿੱਚ ਪਿਆ, ਯਾਨੀ ਕਿ ਡੈਂਸਰ ਮੀਡੀਅਮ ਚ ਪਿਆ। ਇਮੇਜ ਰੀਅਲ ਬਣੇ ਵਰਚੁਅਲ ਬਣੇ ਡਜ਼ਨਟ ਮੈਟਰ, ਸਰਫੇਸ ਕਨਵੈਕਸ ਹੋਵੇ ਕਨਕੇਵ ਹੋਵੇ ਡਜ਼ਨਟ ਮੈਟਰ। ਅਸੀਂ ਸਾਰੇ ਰਿਜ਼ਲਟ ਕੱਢ ਲਏ, ਸਾਡੇ ਦੋ ਹੀ ਰਿਜ਼ਲਟ ਆਏ, ਠੀਕ ਆ। ਰਿਜ਼ਲਟ ਕਿਵੇਂ ਕਰਨਾ ਸੁਣਿਓ, ਧਿਆਨ ਨਾਲ ਸੁਣਿਓ। ਉੱਪਰ ਵਾਲੀ ਟਰਮ ਨੂੰ ਸਮੇਤ ਸਾਈਨ ਰਿਪਲੇਸ ਕਰ ਦਿਓ, ਉੱਪਰ ਵਾਲੀ ਟਰਮ ਨੂੰ ਸਮੇਤ ਸਾਈਨ, ਉੱਪਰ ਵਾਲੀ ਟਰਮ ਨੂੰ ਸਮੇਤ ਸਾਈਨ ਰਿਪਲੇਸ ਕਰ ਦਿਓ। ਮੈਂ ਜਿਹੜੀ ਗੱਲ ਕਹਿ ਰਿਹਾ ਸਮਝ ਆ ਰਹੀ ਤੁਹਾਨੂੰ ਕਿ ਨਹੀਂ ਆ ਰਹੀ? ਜੇ ਤੁਸੀਂ ਉੱਪਰ ਵਾਲੀ ਟਰਮ ਨੂੰ, ਤੁਸੀਂ ਆਪਦਾ ਵੀ ਕੋਈ ਆਈਡੀਆ ਲਾ ਸਕਦੇ, ਇੱਥੇ ਕੋਈ ਵੱਡੀ ਗੱਲ ਨਹੀਂ। ਮੈਂ ਸਿੰਪਲ ਇੰਨੀ ਗੱਲ ਦੱਸੀ ਆ ਵੀ ਉੱਪਰ ਵਾਲੀ ਟਰਮ ਜਿਹੜੀ ਆ ਨਿਊਮਰੇਟਰ ਨੂੰ ਤੁਸੀਂ ਰਿਪਲੇਸ ਕਰ ਦੇਣਾ ਵਿਦ ਸਾਈਨ ਸਮੇਤ। ਤਾਂ ਮੇਰੇ ਕੋਲੇ ਫਾਰਮੂਲਾ ਆਊਗਾ, μ ਇੱਥੇ ਆ ਗਿਆ, ਪਲੱਸ ਦਾ ਬਣ ਗਿਆ μ/u -1/v, ਆ ਪਲੱਸ ਦਾ μ ਇੱਧਰ ਆ ਗਿਆ, ਇਜ਼ ਇਕੁਅਲ ਟੂ ਰਾਈਟ ਸਾਈਡ ਕਦੇ ਨਹੀਂ ਛੇੜਨੀ। ਚੈੱਕ ਕਰਿਓ ਆ ਫਾਰਮੂਲਾ ਸਹੀ ਆ ਗਲਤ ਆ, ਮਾੜਾ ਜਿਹਾ ਵੈਰੀਫਾਈ ਕਰੋ ਵੀ ਇਸ ਫਾਰਮੂਲੇ ਨੂੰ, ਮਾੜਾ ਜਿਹਾ ਵੈਰੀਫਾਈ ਕਰਿਓ ਇਹ ਫਾਰਮੂਲਾ ਸਹੀ ਆ ਗਲਤ ਆ।
जल्दी करो। सही है सर। बोले नहीं सर ਤੁਸੀਂ ये ਜ਼ੂਮ फार्म ਕੀਤਾ ਹੋਇਆ ਪਿਕਚਰ ਨੂੰ? हाँ बिल्कुल जूम किया। सर नॉर्मल साइज पे कर दो। नहीं तो दिखाई नहीं दे रहा? ਨਹੀਂ ਸਰ ਨਾਰਮਲ सर ਚ ਜ਼ਿਆਦਾ zoom ਠੀਕ हो ਹੈ। गया। ਹਾਂ नहीं जूम च की दिक्कत आउंदी है? ਸਰ ਆਸੇ ਪਾਸੇ ਵਾਲਾ ਨਹੀਂ ਦਿਸਦਾ ਨਾ, ਆਸੇ ਪਾਸੇ ਵਾਲਾ ਤਾਂ ਬੇਟੇ ਦੂਜੀ ਇਕੁਏਸ਼ਨ ਜਿਹੜੀ ਆ ਇਹ ਪਹਿਲੀ ਇਕੁਏਸ਼ਨ ਤੋਂ ਬਣ ਜਾਂਦੀ ਆ ਜੇ ਉੱਪਰ ਵਾਲੀ ਟਰਮ ਨੂੰ ਰਿਪਲੇਸ ਕਰ ਦਈਏ। ਹਾਂ ਨੀਚੇ ਵਾਲੀ ਟਰਮ ਨੂੰ ਰਿਪਲੇਸ ਕਰੇ ਤੇ ਵੀ ਇਹ ਵੈਲਿਊ ਸੇਮ ਆ ਜਾਂਦੀ ਆ, ਕੋਈ ਦਿੱਕਤ ਵਾਲੀ ਗੱਲ ਨਹੀਂ। ਉਦਾਂ ਵੀ ਕਰਨਾ ਚਾਹੋ ਤਾਂ ਕਰ ਸਕਦੇ ਆ, ਠੀਕ ਆ। ਫਿਲਹਾਲ ਮੈਂ ਇਦਾਂ ਹੀ ਕਰਾਉਂਗਾ। ਹੁਣ ਸਵਾਲ ਆ ਮੇਰਾ ਲੈਂਸ ਮੇਕਰ ਫਾਰਮੂਲਾ, ਕੁਐਸਚਨ ਆ ਮੇਰਾ ਲੈਂਸ ਮੇਕਰ ਫਾਰਮੂਲਾ, ਜਿਹੜਾ ਕਿ ਬਹੁਤ ਇੰਪੋਰਟੈਂਟ ਆ। ਮੈਂ ਉਸ ਫਾਰਮੂਲੇ ਦੀ ਤਿਆਰੀ ਕੀਤੀ ਇੱਥੇ, ਮੈਂ ਉਸ ਫਾਰਮੂਲੇ ਦੀ ਤਿਆਰੀ ਕੀਤੀ ਆ। ਇਹ ਫਾਰਮੂਲੇ ਤੁਸੀਂ ਨੋਟ ਕਰ ਲਏ ਆ। ਆਬਜੈਕਟ ਰੇਅਰ ਮੀਡੀਅਮ ਚ ਪਿਆ ਤਾਂ ਆ ਫਾਰਮੂਲਾ ਲਾਉਣਾ, ਆਬਜੈਕਟ ਡੈਂਸਰ ਮੀਡੀਅਮ ਚ ਪਿਆ ਹੋਵੇ ਤਾਂ ਤੁਸੀਂ ਆ ਫਾਰਮੂਲਾ ਲਾਉਣਾ। ਇਸ ਤੋਂ ਇਲਾਵਾ ਕੁਝ ਨਹੀਂ। U ਆਬਜੈਕਟ ਡਿਸਟੈਂਸ ਆ, V ਇਮੇਜ ਡਿਸਟੈਂਸ ਆ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? U ਕਿਹੜੀ ਡਿਸਟੈਂਸ ਆ ਬਈ? ਬੋਲੋ ਬਈ। ऑब्जेक्ट डिस्टेंस, ਤੇ V ਕਿਹੜੀ ਡਿਸਟੈਂਸ ਆ? इमेज डिस्टेंस, ਇਮੇਜ ਡਿਸਟੈਂਸ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? R ਕੀ ਆ? radius of curvature, R ਹੈਗੀ ਰੇਡੀਅਸ ਆਫ ਕਰਵੇਚਰ, ਠੀਕ ਆ। ਸਰਫੇਸ ਦੀ ਰੇਡੀਅਸ ਆਫ ਕਰਵੇਚਰ ਸੇਮ ਇੱਥੇ ਆ, ਸੇਮ ਇੱਥੇ ਆ। U ਆਬਜੈਕਟ ਡਿਸਟੈਂਸ ਆ, V ਇਮੇਜ ਡਿਸਟੈਂਸ ਆ ਤੇ R ਰੇਡੀਅਸ ਆਫ ਕਰਵੇਚਰ। ਤੁਹਾਡੇ ਯਾਦ ਹੋ ਗਿਆ ਮੈਨੂੰ ਪੂਰੀ ਉਮੀਦ ਆ। ਇਹਦਾ ਮਤਲਬ ਇਹ ਆ ਵੀ ਮੈਂ ਪਹਿਲਾਂ ਇੱਥੇ ਆਬਜੈਕਟ ਡਿਸਟੈਂਸ ਲਿਖੂੰਗਾ, ਇੱਥੇ ਇਮੇਜ ਡਿਸਟੈਂਸ ਲਿਖੂੰਗਾ। ਇਹ ਮੈਂ ਚੇਂਜ ਨਹੀਂ ਕੀਤੇ, ਮੈਂ ਉੱਪਰ ਵਾਲੀਆਂ ਟਰਮ ਚੇਂਜ ਕੀਤੀਆਂ। ਆ ਜਾਓ ਕੰਸੈਂਟਰੇਟ ਹੋ ਕੇ ਆ ਜਾਓ, ਆਪਾਂ ਲੈਂਸ ਮੇਕਰ ਫਾਰਮੂਲਾ ਕਰੀਏ। ਲਿਖੋ ਲੈਂਸ ਮੇਕਰ ਫਾਰਮੂਲਾ, ਵੈਰੀ ਇੰਪੋਰਟੈਂਟ ਫॉर 5 ਮਾਰਕਸ। 5 ਮਾਰਕਸ ਦਾ ਬਹੁਤ ਬਹੁਤ ਇੰਪੋਰਟੈਂਟ, 5 ਮਾਰਕ ਦਾ ਬਹੁਤ ਇੰਪੋਰਟੈਂਟ ਡੈਰੀਵੇਸ਼ਨ ਨੋਟ ਕਰਿਓ। ਲੈਂਸ ਮੇਕਰ ਫਾਰਮੂਲਾ ਵੈਰੀ ਇੰਪੋਰਟੈਂਟ। ਮੈਂ ਹਮੇਸ਼ਾ ਨਹੀਂ ਲਿਖਦਾ, ਵੈਰੀ ਇੰਪੋਰਟੈਂਟ ਮੈਂ ਹਮੇਸ਼ਾ ਨਹੀਂ ਲਿਖਦਾ। ਡੈਰੀਵੇਸ਼ਨ ਸਟਾਰਟ ਕਰਨ ਤੋਂ ਪਹਿਲਾਂ ਬੜੀ ਚਿਰਾਂ ਬਾਅਦ ਲਿਖਿਆ ਮੈਂ। ਲੈਂਸ ਮੇਕਰ ਫਾਰਮੂਲਾ, ਲੈਂਸ ਮੇਕਰ ਫਾਰਮੂਲਾ ਮਤਲਬ ਇੱਕ ਲੈਂਸ ਬਣਾਉਣ ਵਾਸਤੇ ਫਾਰਮੂਲਾ ਡਿਰਾਈਵ ਕਰਨਾ ਆਪਾਂ। ਉਹ ਫਾਰਮੂਲਾ ਜਿਹੜਾ ਸਾਨੂੰ ਕੋਈ ਲੈਂਸ ਬਣਾਉਣ ਵਾਸਤੇ ਹੈਲਪ ਕਰੇ। ਤਾਂ ਲੈਂਸ ਹੁੰਦਾ ਕੀ ਆ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। सर रेड लाइन एक लेंस चीज की है बेटा। मैं क्या करूं, मेरे पास सिग्नल बहुत अच्छा है बेटा। लेंस मेकर फार्मूला ਜਿਹੜਾ ਇਹ ਰਿਲੇਸ਼ਨ ਆ ਬੇਟਾ ਲਿਖ ਦਿਓ। ਲੈਂਸ ਮੇਕਰ ਫਾਰਮੂਲਾ ਕੰਮ ਕੀ ਆਉਂਦਾ? ਕੰਮ ਆਉਂਦਾ ਲੈਂਸ ਬਣਾਉਣ ਦੀ। ਲੈਂਸ ਜਿਹੜਾ ਇੱਕ ਛੋਟਾ ਜਿਹਾ ਪੀਸ ਆ ਜਿਹਦੇ ਵਿੱਚੋਂ ਆਰ ਪਾਰ ਲਾਈਟ ਲੰਘ ਜਾਂਦੀ ਹੈ, ਟ੍ਰਾਂਸਪੈਰੈਂਟ ਮੀਡੀਅਮ ਆ। ਉਹਦੇ ਬਾਰੇ ਡੈਫੀਨੇਸ਼ਨ ਲੈਂਸ ਮੇਕਰ ਫਾਰਮੂਲੇ ਤੋਂ ਬਾਅਦ ਚ ਲਿਖਾਂਗੇ ਵੀ ਲੈਂਸ ਹੁੰਦਾ ਕੀ ਹੈ। ਫਿਲਹਾਲ ਬੇਸਿਕਲੀ ਮੈਂ ਲੈਂਸ ਬਣਾਉਣਾ, ਉਹਦੇ ਲੈਂਸ ਦੇ 2 ਸਰਫੇਸਿਸ ਹੋਣਗੇ, ਠੀਕ ਆ। ਉਹਨਾਂ ਦੋਨੋਂ ਸਰਫੇਸਿਸ ਨੂੰ ਮੈਂ ਤਿਆਰ ਕਰਨਾ। ਮੈਂ ਕਿੰਨੀ ਰੇਡੀਅਸ ਆਫ ਕਰਵੇਚਰ ਉਸ ਲੈਂਸ ਦੀ ਬਣਾਵਾਂ? ਇੱਕ ਕੰਮ ਕਰੋ, ਲੈਂਸ ਮੇਕਰ ਫਾਰਮੂਲੇ ਤੋਂ ਪਹਿਲਾਂ ਲੈਂਸ ਦੀ ਡੈਫੀਨੇਸ਼ਨ ਲਿਖ ਹੀ ਲਓ। ਲਿਖੋ ਲੈਂਸ, ਲੈਂਸ ਮੇਕਰ ਫਾਰਮੂਲਾ ਫਿਰ ਕਰਾਂਗੇ, ਪਹਿਲਾਂ ਡੈਫੀਨੇਸ਼ਨ ਲਿਖੋ ਲੈਂਸ। ਲਿਖੋ ਬਈ ਲੈਂਸ। ਹਾਂਜੀ ਲੈਂਸ ਦੀ ਡੈਫੀਨੇਸ਼ਨ ਪਾਓ। ਲਿਖੋ ਲੈਂਸ, लिख दो। लेंस is a small piece of transparent medium. Lens is a small piece of, lens is a piece कर लो, small ना करो। Lens is a piece of transparent refracting medium. Piece of transparent refracting medium which has at least, ਜਿਹਦਾ ਘੱਟ ਤੋਂ ਘੱਟ, which has at least one spherical surface out of 2। ਇਹਦੇ 2 ਸਰਫੇਸ ਹੋਣਗੇ, ਉਹਨਾਂ ਚੋਂ ਘੱਟ ਤੋਂ ਘੱਟ ਇੱਕ ਸਰਫੇਸ ਜਿਹੜਾ ਆ
ਉਹ ਸਫੈਰੀਕਲ ਹੋਣਾ ਜ਼ਰੂਰੀ ਆ। ਦੋਨੇ ਨਾ ਹੋਣ ਕੋਈ ਦਿੱਕਤ ਨਹੀਂ, ਇੱਕ ਸਰਫੇਸ ਨਾਲ ਗੱਡੀ ਚਲਾ ਲਾਂਗੇ। ਜੇ ਇੱਕ ਵੀ ਸਰਫੇਸ ਸਫੈਰੀਕਲ ਹੋਵੇ ਆਪਾਂ ਉਸੇ ਨੂੰ ਵੀ ਲੈਂਸ ਬੋਲਾਂਗੇ। ਨੋਟ ਕਰ ਲਿਆ ਸਾਰਿਆਂ ਨੇ ਕਿ ਨਹੀਂ ਕੀਤਾ? ਹਾਂ ਬਈ, ਉਹ ਨੋਟ ਕਰ ਲਿਆ ਕਿਸੇ ਨਹੀਂ ਕੀਤਾ? कर लिया सर। ਚਲੋ ਇਹ ਸਾਡੇ ਕੋਲੇ ਲੈਂਸ। ਹੁਣ ਲੈਂਸ ਜਿਹੜਾ ਆ ਇਹਦੇ ਟਾਈਪ ਲਿਖਾਂਗੇ ਆਪਾਂ, ਲੈਂਸ ਕਿੰਨੇ ਤਰ੍ਹਾਂ ਦੇ ਆ, ਠੀਕ ਹੈ। ਇਹਦੇ ਬਾਰੇ ਹਲਕੀ ਫੁਲਕੀ ਜੀ ਜਾਣਕਾਰੀ ਹੈ ਤੁਹਾਡੇ ਕੰਮ ਦੀ, ਉਹ ਲਿਖ ਲਓ, ਠੀਕ ਹੈ। ਇਹਦੇ ਟਾਈਪ ਮੈਂ ਇੱਥੇ ਲੈਂਸ ਲਿਖ ਲੈਣਾ, ਕਿਉਂਕਿ ਪੇਪਰ ਚ ਐ ਤਾਂ ਨਹੀਂ ਉਹਦਾ ਵੀ ਰਾਈਟ ਐਕਸਪਲੇਨ ਦ ਟਾਈਪਸ ਆਫ ਲੈਂਸ। ਮੈਂ ਸਿੰਪਲੀ ਤੁਹਾਨੂੰ ਲੈਂਸ ਦੇ ਟਾਈਪ ਲਿਖਵਾ ਦੇਣੇ ਆ। ਬੇਟਾ ਲੈਂਸ ਦੋ ਤਰ੍ਹਾਂ ਦੇ ਆ। ਲੈਂਸ ਕਿੰਨੇ ਤਰ੍ਹਾਂ ਦੇ ਆ? ਦੋ ਤਰ੍ਹਾਂ ਦੇ। ਪਹਿਲੇ ਟਾਈਪ ਆ ਕਨਵਰਜਿੰਗ ਲੈਂਸ। ਪਹਿਲੇ ਟਾਈਪ ਆ ਕਨਵਰਜਿੰਗ ਲੈਂਸ। ਦੂਜੇ ਹੈਗੇ ਡਾਈਵਰਜਿੰਗ ਲੈਂਸ। ਧਿਆਨ ਰੱਖਿਓ, ਕਨਵਰਜਿੰਗ ਲੈਂਸ ਤੇ ਡਾਈਵਰਜਿੰਗ ਲੈਂਸ। ਕਨਵੈਕਸ ਕਨਕੇਵ ਬਾਅਦ ਦੀ ਗੱਲਾਂ, ਉਹ ਸੈਕੰਡਰੀ ਆ, ਠੀਕ ਆ। ਕਨਵਰਜਿੰਗ ਤੇ ਡਾਈਵਰਜਿੰਗ ਮੇਨ ਆ। ਹੁਣ ਕਨਵਰਜਿੰਗ ਕਿਹੜੇ ਹੁੰਦੇ ਆ? ਜਿਹੜੇ ਲਾਈਟ ਨੂੰ ਇਕੱਠੇ ਕਰਦੇ ਆ। ਲਿਖ ਦਿਓ, ਬ੍ਰੈਕਟ ਚ ਲਿਖ ਲਿਓ, ਦੋਜ਼ ਕਨਵਰਜਸ ਦ ਲਾਈਟ, ਜਿਹੜੇ ਕਿ ਲਾਈਟ ਨੂੰ ਇਕੱਠਾ ਕਰਦੇ ਆ। ਦੋਜ਼ ਕਨਵਰਜਸ ਦ ਲਾਈਟ। ਡਾਈਵਰਜਿੰਗ ਲੈਂਸ ਕਿਹੜੇ ਹੁੰਦੇ ਆ? ਦੋਜ਼ ਡਾਈਵਰਜਸ। ਕਨਵਰਜ ਦਾ ਮਤਲਬ ਇੱਕ ਥਾਂ ਤੇ ਇੱਕ ਪੁਆਇੰਟ ਤੇ ਇਕੱਠੇ ਕਰਨਾ। ਡਾਈਵਰਜ ਦਾ ਮਤਲਬ ਸਪਰੈਡ ਕਰ ਦੇਣਾ, ਬਿਖੇਰ ਦੇਣਾ ਸਪੇਸ ਦੇ ਵਿੱਚ, ਠੀਕ ਹੈ। ਦੋਜ਼ ਡਾਈਵਰਜਸ ਦ ਲਾਈਟ। ਬੜਾ ਸਿੰਪਲ ਫੰਡਾ। ਤਾਂ ਪੁੱਤਰੋ ਕਨਵਰਜਿੰਗ ਤੇ ਡਾਈਵਰਜਿੰਗ ਕਲੀਅਰ। ਹੁਣ ਕਨਵਰਜਿੰਗ ਦੇ ਫਰਦਰ ਟਾਈਪ ਕਿੰਨੇ ਆ? ਕਨਵਰਜਿੰਗ ਦੇ ਫਰਦਰ ਟਾਈਪ ਤੇ ਡਾਇਗਰਾਮ ਮੈਂ ਨਾਲ ਹੀ ਬਣਾ ਦੇਣੇ ਆ, ਅਲੱਗ ਤੋਂ ਨਹੀਂ ਕਰਦਾ, ਠੀਕ ਹੈ। ਕਨਵਰਜਿੰਗ ਕਿੰਨੇ ਤਰ੍ਹਾਂ ਦੇ ਆ ਉਹਦੇ ਬਾਰੇ ਦੇਖੋ। ਜਿਹੜੇ ਕਨਵਰਜਿੰਗ ਆ ਬੇਟਾ, ਉਹ ਬੇਸਿਕਲੀ ਕਿਹੜੇ ਕਿਹੜੇ ਆ? ਹਾਂਜੀ, ਪਹਿਲਾ ਆਹ ਵਾਲਾ, ਇਹਨੂੰ ਬੋਲਦੇ ਬਾਈ ਕਨਵੈਕਸ। ਦੋਨੇ ਪਾਸੇ ਕਨਵੈਕਸ, ਬਾਈ ਕਨਵੈਕਸ, ਦੋਨੇ ਪਾਸੇ ਕਨਵੈਕਸ। ਦੂਸਰਾ ਪਲੇਨੋ ਕਨਵੈਕਸ, ਇੱਕ ਪਾਸਾ ਪਲੇਨ, ਦੂਜਾ ਪਾਸਾ ਕਨਵੈਕਸ। ਪਲੇਨੋ ਕਨਵੈਕਸ, ਬਾਈ ਕਨਵੈਕਸ, ਪਲੇਨੋ ਕਨਵੈਕਸ। ਪਲੇਨੋ ਕਨਵੈਕਸ ਦਾ ਪਰਲਾ ਸਰਫੇਸ ਕਨਵੈਕਸ ਹੋ ਕੇ ਇਦਾਂ ਵੀ ਹੋ ਸਕਦਾ, ਕਿਤੇ ਲਿਖਿਆ ਨਹੀਂ ਇਹੀ ਹੋਊਗਾ। ਇਸ ਟਾਈਪ ਦਾ ਹੋਵੇ ਤਾਂ ਵੀ ਪਲੇਨੋ ਕਨਵੈਕਸ ਆ, ਡਰਨ ਦੀ ਲੋੜ ਨਹੀਂ। ਆ ਵੀ ਪਲੇਨੋ ਕਨਵੈਕਸ ਆ, ਵੀ ਪਲੇਨੋ ਕਨਵੈਕਸ ਆ। ਤੀਸਰਾ ਹੈਗਾ ਕਨਕੇਵੋ ਕਨਵੈਕਸ। ਤੀਸਰਾ ਹੈਗਾ ਕਨਕੇਵੋ ਕਨਵੈਕਸ। ਆ ਦੇਖੋ, ਕਨਕੇਵੋ ਕਨਵੈਕਸ ਬਣਾ ਲਓ। ਸਾਡੀਆਂ ਅੱਖਾਂ ਤੇ ਜਿਹੜੇ ਲੱਗੇ ਹੁੰਦੇ ਇਸ ਟਾਈਪ ਦੇ ਹੁੰਦੇ ਆ ਵਾਲੇ, ਕਨਕੇਵੋ ਕਨਵੈਕਸ। ਅੰਦਰ ਵਾਲੇ ਸਰਫੇਸ ਦੀ ਰੇਡੀਅਸ ਆਫ ਕਰਵੇਚਰ ਜਿਹੜੀ ਆ ਉਹ ਵੱਡੀ ਆ, ਬਾਹਰ ਵਾਲਾ ਜ਼ਿਆਦਾ ਕਰਵਾ, ਉਹਦੀ ਰੇਡੀਅਸ ਆਫ ਕਰਵੇਚਰ ਛੋਟੀ ਆ। ਤਾਂ ਮੋਹਰੇ ਜਿਹੜਾ ਨਾਮ ਲਿਖਦਾ ਉਹ ਵੱਡੀ ਰੇਡੀਅਸ ਆਫ ਕਰਵੇਚਰ ਦਾ ਲਿਖਿਆ ਜਾਂਦਾ। ਇਹ ਕਨਕੇਵੋ ਕਨਵੈਕਸ ਹੈ, ਕਨਵੈਕਸ ਨੇਚਰ ਦਾ ਹੈ, ਯਾਨੀ ਕਿ ਲਾਈਟ ਇਕੱਠੇ ਕਰਦਾ। ਇਹ ਤੋਂ ਪੁੱਠਾ ਬਣਿਆ ਹੋਵੇ ਤਾਂ ਵੀ ਸਹੀ ਹੈ, ਇਹਦਾ ਮੂੰਹ ਐਨੂੰ ਹੋਵੇ ਤਾਂ ਵੀ ਸਹੀ ਹੈ। ਹਾਂ ਬਈ, ਇਹ ਬੇਸਿਕਲੀ ਲੈਂਸ ਆ। ਆਜੋ, ਇਸ ਤੋਂ ਬਾਅਦ ਅਸੀਂ ਇਧਰਲੇ ਪਾਸੇ ਆਵਾਂਗੇ। ਇਹ ਸਾਡੇ ਕੋਲੇ ਆ ਡਾਈਵਰਜਿੰਗ ਲੈਂਸ। ਡਾਈਵਰਜਿੰਗ ਲੈਂਸ ਆ ਬਾਈ ਕਨਕੇਵ। ਪਹਿਲਾ ਡਾਈਵਰਜਿੰਗ ਲੈਂਸ ਆ ਬਾਈ ਕਨਕੇਵ, ਜਿਹਨੂੰ ਤੁਸੀਂ ਕਨਕੇਵ ਸਿੰਪਲੀ ਕਹਿ ਦਿੰਦੇ ਆ ਕਨਕੇਵ। ਉਹ ਐਕਚੁਅਲੀ ਚ ਦੋਨੋਂ ਸਰਫੇਸਿਸ ਕਨਕੇਵ ਆ। ਉਹਦੀ ਨੇਚਰ ਜਿਹੜੀ ਆ ਉਹ ਡਾਈਵਰਜ ਕਰਨ ਦੀ ਆ। ਇਹਨੂੰ ਬੋਲਦੇ ਆ ਬਾਈ ਕਨਕੇਵ। ਅਗਾਂਹ ਭਾਵੇਂ ਆਪਾਂ ਕਨਕੇਵ ਹੀ ਲਿਖੀ ਜਾਈਏ, ਪਰ ਇੱਕ ਵਾਰ ਮੈਂ ਤੁਹਾਨੂੰ ਐਕੂਰੇਟ ਕਰਕੇ ਲਿਖਵਾ ਦੇਣਾ ਵੀ ਇਹ ਬਾਈ ਕਨਕੇਵ ਲੈਂਸ ਆ। ਇਸ ਤੋਂ ਬਾਅਦ ਪਲੇਨੋ ਕਨਕੇਵ। ਆ ਪਲੇਨ ਆ ਪਾਸਾ ਕਨਕੇਵ ਆ। ਇਹਦਾ ਉਲਟਾ ਹੋਵੇ, ਪਰਲਾ ਪਾਸਾ ਕਨਕੇਵ ਹੋਵੇ ਔਰ ਮੇਰੇ ਵਾਲੀ ਸਾਈਡ ਜਿਹੜੀ ਆ ਉਹ ਪਲੇਨ, ਜਿਹੜੀ ਹੈਗੀ ਆ ਪਰਲਾ ਪਾਸਾ ਪਲੇਨ ਹੋਵੇ, ਉਰਲੇ ਪਾਸੇ ਕਨਕੇਵ ਹੋਵੇ, ਇੱਕੋ ਗੱਲ ਆ। ਇਹਨੂੰ ਬੋਲਦੇ ਪਲੇਨੋ ਕਨਕੇਵ। ਇਸ ਤੋਂ ਬਾਅਦ ਤੀਸਰਾ ਕਨਵੈਕਸੋ ਕਨਕੇਵ। ਤੀਸਰਾ ਹੈਗਾ ਕਨਵੈਕਸੋ ਕਨਕੇਵ।
तीसरा हैगा कन्वैक्सो कॉनकेव। कन्वैक्सो कॉनकेव किदां दा, ध्यान नाल देखियो। कन्वैक्सो कॉनकेव चेक करियो। मैं तुहानूं आख्या सी भी मोहरे वो आऊगा जिहदी रेडियस वड्डी होनी है। देखो बाहर वाला आ सरफेस कन्वैक्स आ और इहदी रेडियस वड्डी आ, कॉनकेव दी रेडियस छोटी है, ये मगर आ गया। ये कॉनकेव नेचर दा है, यानी कि डाइवर्जिंग नेचर दा है। नोट करियो, ये लेंस दे टाइप सीगे। किसी बच्चे नूं शक आ पुछ लो, किसी भी बच्चे नूं इत्थों तक कोई शक, बोलो बई। इन्हां दे भी ऑप्टिकल सेंटर हुंदे आ, रेडियस ऑफ कर्वेचर, ये वो सारा कुछ हुंदा। इन्हां दा फोकस हुंदा एफ, ठीक है। क्यों बई, आजो लेंस दे बारे एक सिंपल थोड़ा बहुता आपां पढ़ लीए। ये लेंस दा डेफिनेशन सीगियां सारियां। डेफिनेशंस मीनस इहदे टाइप या जो बेसिक गल्लां सी लेंस दी। हुण आपां अगली गल ते चलांगे। इस तो बाद नैक्सट थिंग इज, अगली चीज है जिहड़ी मेरे कोले वो हैगी है बेटा थोड़ा जिहा बेसिक नॉलेज ऑफ लेंस। लेंस दा बेसिक नॉलेज, जिद्दां आपां मिरर दा बेसिक नॉलेज लिया सी, स्फेरिकल मिरर दा, उदां ही आपां लेंस दा बेसिक नॉलेज लैना। तां उहदे विच लिख दिओ तुसीं सम बेसिक इंफॉर्मेशन अबाउट लेंस। लेंस दे बारे थोड़ियां बहुतियां बेसिक इंफॉर्मेशन, सम बेसिक इंफॉर्मेशन अबाउट लेंस। तो किहड़े इंफॉर्मेशन है? सब तो पहला मैं एक छोटा जिहा डायग्राम बनाऊंगा, ध्यान नाल देख लो डायग्राम नूं, कोई कॉम्प्लीकेटेड नहीं बनाउंदा मैं। देखो आ मैं लेंस बना लिया एक, जरूरी नहीं भी लेंस दे दोनों सरफेस इक्को ही रेडियस ऑफ कर्वेचर दे होण, इन्हां दी रेडियस ऑफ कर्वेचर अलग अलग हो सकती है। आ सरफेस दी कर्वेचर कोई होर हो सकती, इहदी कोई होर सकती, किते लिखिया नहीं होया भी दोनों इक्को जिहियां होणगीਆਂ, ठीक है। ये गल कोई जरूरी नहीं भी दोनों इक्को जिहियां होणगीਆਂ, पहली गल। ओके, हुण गल ये है भी आ वाला जिहड़ा स्फीयर आ, आ वाला जिहड़ा सरफेस आ, ये बेटा इस स्फीयर का एक पार्ट आ। देखो मैं एक स्फीयर बनाया, एक गोला बनाया, चेक करो माड़ा जिहा भी ये इस स्फीयर का एक पार्ट है कि नहीं है। मैं ठीक बनाया। आ वाला पार्ट जिहड़ा आ इस पासे मैं एक स्फीयर बना देना। जरूरी नहीं भी दोनों स्फीयर सेम साइज के बनना, मैं पहला भी बोलिया, डिपेंड करता रेडियस ऑफ कर्वेचर ते। जे रेडियस ऑफ कर्वेचर वड्डी छोटी आ ते स्फीयर भी तुहाडे वड्डे छोटे हो सकते हैं। जिद्दां दे है उदां दे बना लो, कोई चक्कर नहीं, बनने स्फीयर ही चाहिए। मेरे को अप्रोक्सीमेट आइडिया जिहड़ा आ रहा इस टाइम, आ स्फीयर वड्डा बनिया, छोटा बनिया, तो सानू इहदे विच कोई दिक्कत नहीं होनी चाहिए। दोनों स्फीयर दे सेंटर नूं मिला दो, दोनों स्फीयर दे सेंटर इहदा इत्थे, इहदा इत्थे। आ पहले दा देखो गल सुन, आ पहला सरफेस नंबर 1 आ, इनू मैं 1 नंबर सरफेस कहना, इनू मैं 2 नंबर सरफेस कहना। आ वाला अंदर लिखना, आ सरफेस नंबर 1 आ। जे आ सरफेस नंबर 1 आ ते आ स्फीयर नंबर भी 1 आ, इस गल का खास ख्याल करियो। जे आ सरफेस नंबर 1 आ ते आ गोला नंबर 1, स्फीयर नंबर 1। जे आ सरफेस नंबर 1 आ, आ वाला ते आ स्फीयर नंबर 1 आ। जे आ सरफेस नंबर 2 आ, इधर वाले पासे मैं नाल टच करा देना, ਇਹਦਾ मतलब है कि ਇਹਦਾ आ वाला स्फीयर नंबर 2 आ दूजे वाले ਦਾ। ਤਾਂ ਪਹਿਲੇ ਵਾਲੇ ਦਾ ਸੈਂਟਰ ਆ ਵਾਲਾ ਹੋ ਗਿਆ C1, ਇਹਦੀ ਸੈਂਟਰ ਆਫ ਕਰਵੇਚਰ। ਦੂਜੇ ਵਾਲੇ ਗੋਲੇ ਦਾ ਸੈਂਟਰ ਇਹਦੀ ਇਸ ਸਰਫੇਸ ਦੀ ਸੈਂਟਰ ਆਫ ਕਰਵੇਚਰ C2। ਪਹਿਲੇ ਦਾ ਸੈਂਟਰ ਆਫ ਕਰਵੇਚਰ C1, ਦੂਜੇ ਦਾ ਸੈਂਟਰ ਆਫ ਕਰਵੇਚਰ C2। C1 C2 ਨੂੰ ਮਿਲਾਉਣ ਵਾਲੀ ਸਿੱਧੀ ਲਾਈਨ ਨੂੰ ਬੋਲਦੇ ਪ੍ਰਿੰਸੀਪਲ ਐਕਸਿਸ। ਮੈਂ ਕੋਈ ਡੈਫੀਨੇਸ਼ਨ ਨਹੀਂ ਲਿਖਾਉਣੀ ਇੱਥੇ ਤੁਹਾਨੂੰ, ਆ ਸਾਡਾ ਪ੍ਰਿੰਸੀਪਲ ਐਕਸਿਸ ਹੋ ਗਿਆ, ਬਣਾ ਲਿਓ, बना लियो प्रिंसीपल एक्सिस। लिखण दी लोड़ लगदी, लिख भी लियो। इहदे विच एक बड़ी इंपॉर्टेंट चीज आ, वो की बोलदे इहनूं, एक लाइन इत्थों सीधी ड्रॉ करो, डॉटेड। देखो पोल तुहानूं भी पता कित्थे आ,
इधर वाला पोल आ P1, पहले सरफेस का पोल आ हो गया P1, दूजे सरफेस का पोल हो गया P2। आ सेंटर वाला पॉइंट है ना, ਇਹਦਾ भी नाम रखांगे, C ਨੂੰ बोलते ऑप्टिकल सेंटर। तो मैं इत्थे लिख दिना C ਦਾ नाम हैगा ऑप्टिकल सेंटर। C ਦਾ नाम हैगा ऑप्टिकल सेंटर। समझ आ रही गल? पहला जिहड़ा सरफेस आ ਇਹਦੇ ਤੋਂ C1 ਦੀ डिस्टेंस, यानी कि पहले गोले दी, आ वाला फर्स्ट गोला है स्फीयर, ਇਹਦੀ रेडियस ਨੂੰ बोलांगे पहली रेडियस ऑफ कर्वेचर R1। आ तुहाडी पहली रेडियस ऑफ कर्वेचर आ गई R1। आ सरफेस जिहड़ा आ दूजे वाला, ਇਹਦੀ रेडियस ऑफ कर्वेचर मैं लिख देना R2, पोल P2 तो इत्थों आ डिस्टेंस इत्थों लैनी, आ डिस्टेंस इत्थों लैनी पोल। समझ आ रही गल कि नहीं आ रही? ये साडियां कुछ बेसिक डेफिनेशन, कुछ बेसिक गल्लां जिहड़ियां कि स्फेरिकल, बेसिक गल्लां जिहड़ियां कि एक स्फेरिकल मिरर, सॉरी स्फेरिकल लेंस जिहड़ा आ ਉਹਦੇ ਵਾਸਤੇ यूज ਹੁੰਦੀਆਂ। ਆ ਵਿਚਾਲੇ ਵਿਚਾਲੇ ਲੈਂਸ ਆ, ਬਾਹਰ ਹਵਾ ਆ, ਵਿਚਾਲੇ ਮਿਰਰ ਆ, ਸੌਰੀ ਵਿਚਾਲੇ ਲੈਂਸ ਆ। ਕਿਸੇ ਬੱਚੇ ਨੂੰ ਕੋਈ ਸ਼ੱਕ ਇਹਦੇ ਚ? ਇਹ ਸਾਰਾ ਕੁਝ ਬੇਸਿਕ ਫੰਡਾ ਸੀ, ਇਹ ਸਾਰਾ ਕੁਝ ਬੇਸਿਕ ਫੰਡਾ ਸੀ। ਜਿਹਨੂੰ ਸਮਝ ਨਹੀਂ ਆਇਆ ਪੁੱਛ ਲਓ। ਕੁਲਬੀਰ ਸਮਝ ਆ ਗਿਆ ਬੇਟਾ? चलो एक काम करो, ਇਹਦੇ ਨਾਲ ਦਾ ਹੋਰ ਬਣਾਓ ਇੱਕ। ਮੰਨ ਲਓ ਵੀ ਮੈਂ ਕਹਾਂ ਤੁਹਾਨੂੰ, ਨਹੀਂ ਤੁਸੀਂ ਇੱਕ ਕੰਮ ਕਰੋ, ਤੁਸੀਂ ਕਨਕੇਵ ਦਾ ਬਣਾਓ। ਕਿਹਦਾ ਬਣਾਉਣਾ? ਕਨਕੇਵ ਦਾ। ਆ ਮੇਰੇ ਕੋਲ ਇੱਕ ਕਨਕੇਵ, ਬਾਈ ਕਨਕੇਵ ਆ, ਬਾਈ ਕਨਕੇਵ ਲੈਂਸ ਆ। ਬਾਈ ਕਨਕੇਵ ਲੈਂਸ ਦਾ ਤੁਸੀਂ ਸਫੈਰੀਕਲ ਫਿਨੋਮੀਨਾ ਜਿੱਦਾਂ ਦਾ ਬਣਿਆ ਇਦਾਂ ਦਾ ਬਣਾਓ। ਤਾਂ ਬਣਾ ਸਕਦੇ ਆ ਬਈ, ਬਣਾ ਸਕਦੇ ਆ। ਹੁਣ ਸਰਫੇਸ ਨੰਬਰ 1 ਆ ਵਾ ਇਧਰਲਾ, इधर वाला सरफेस नंबर 2 आ, तो मेरे कोले 2 नंबर सरफेस हुण परले पासे चला गया, 2 नंबर गोला परले पासे चला गया, 1 नंबर गोला इधर आ गया। क्रॉस नहीं करते एक दूजे दे नाल, टेंशन नहीं लैनी, बड़ा सौखा आ। पता लग रहा कि नहीं लग रहा? ठीक है, बना लो, शाबाश। डायग्राम ही ड्रॉ करना, जल्दी कर लो। इत्थे ਇਹਦਾ सेंटर हो गया, एक ਇਹਦਾ सेंटर हो गया। देखो C1 इधर सी, इधर C1 पहले सरफेस था इधर वाले पासे, मेरे वाले पासे आ गया, और दूसरे वाले पासे C2 दूजे सरफेस का आ गया, 2 नंबर सरफेस का इधर। दोनों ਦੇ ਵਿਚਕਾਰ ਦੀ ਜਿਹੜੀ डिस्टेंस ਆ ਉਹ ਸਾਡੀ रेडियस, दोनों ਦੇ ਵਿਚਕਾਰ ਦੀ डिस्टेंस ਜਿਹੜੀ ਆ ਉਹ ਆ ਗਈ। ਤਾਂ रेडियस ऑफ कर्वेचर R1 ਸਾਡੀ ਇੱਥੋਂ ਆ ਗਈ, ਆਹ ਵਾਲੀ, और R2 आ गई आ वाली। पोल हो गया P1, आ पोल हो गया P2, आ दोनों पोल हो गए, आ R2 रेडियस। यानी कि बड़े आसान है, कोई मुश्किल है नहीं। ऑप्टिकल सेंटर बनाना ਇਹਦਾ भी हैगा। ਇਹਦਾ ऑप्टिकल सेंटर वास्ते मैं सेंटर चो एक लाइन ड्रॉ कर देना डॉटेड। आ सेंटर पॉइंट जिहड़ा इत्थे, इत्थे C पॉइंट लिख दो, किते मर्जी लिख दो, मैं नीचे लिख देना C। ਇਹ C ਕੀ ਹੈ बेटा? ऑप्टिकल सेंटर है, सेंटर ਦੇ ਵਿੱਚ ਇੱਥੇ ਆ, ठीक है, ਇੱਥੇ ਆ पॉइंट C। ਬਣਾ ਸਕਦੇ ਆ, ਧਿਆਨ ਨਾਲ ਦੇਖ ਲਓ, C ਗਲਤ ਨਾ ਕਰ ਦਿਓ। ਆ C ਹੈ ऑप्टिकल सेंटर। ਤਾਂ बेटा ਇਹ ਬੇਸਿਕ ਨੌਲੇਜ ਸੀ, ਇਹਦੇ ਵਿੱਚ ਕੋਈ ਮੈਂ ਲੰਮੀ ਚੌੜੀ ਸਟੋਰੀ ਨਹੀਂ ਦੱਸੀ ਤੁਹਾਨੂੰ, ਕੋਈ ਮੈਂ ਇਹਦੇ ਵਿੱਚ ਕੋਈ ਬਹੁਤ ਲੰਮਾ ਚੌੜਾ ਕੰਮ ਨਹੀਂ ਦੱਸਿਆ। ਇਹ ਬੇਸਿਕ ਗੱਲਾਂ ਲੈਂਸ ਦੀਆਂ, ਸਾਨੂੰ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਖਾਸ ਤੌਰ ਤੇ ਕਿਹੜੇ ਕਿਹੜੇ ਪੁਆਇੰਟ ਵੀ ਰੇਡੀਅਸ ਆਫ ਕਰਵੇਚਰ ਕਿੱਦਾਂ ਲੱਭਣੀ ਹੈ, ਕਿਹੜੇ ਸਰਫੇਸ ਦੀ ਕਿਹੜੇ ਪਾਸੇ ਹੋਊਗੀ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਨੰਬਰ 2, ਆਪਟੀਕਲ ਸੈਂਟਰ ਜਿਹੜਾ ਆ ਉਹ ਕਿੱਥੇ ਹੁੰਦਾ? ਆਲਮੋਸਟ ਡਿਸਟੈਂਸਸ। ਹੁਣ ਇੱਕ ਗੱਲ ਸੁਣੋ, ਸਾਈਨ ਕਨਵੈਨਸ਼ਨ ਮੰਨਦੇ ਹੁੰਦੇ ਆ, ਆਲ ਡਿਸਟੈਂਸਸ ਆਰ ਮੇਜਰਡ ਫਰਮ ਪੋਲ, ਮੰਨੀਆਂ ਸੀ ਨਾ ਉੱਥੇ, ਆਲ ਡਿਸਟੈਂਸਸ ਆਰ ਮੇਜਰਡ ਫਰਮ ਪੋਲ। ਇੱਥੇ ਸਾਈਨ ਕਨਵੈਨਸ਼ਨ ਚੇਂਜ ਹੋ ਜੂ, ਆਲ ਡਿਸਟੈਂਸਸ ਆਰ ਮੇਜਰਡ ਫਰਮ ਆਪਟੀਕਲ ਸੈਂਟਰ। ਲਿਖੋ ਸਾਈਨ ਕਨਵੈਨਸ਼ਨ। साइन कन्वेंशन बदल गई लेंस दे विच, साइन कन्वेंशन बदल गई। लिखो साइन कन्वेंशंस। नंबर 1, all distances are measured from the optical center C,
ਸਾਰੀਆਂ ਡਿਸਟੈਂਸਸ ਆਪਟੀਕਲ ਸੈਂਟਰ ਤੋਂ ਮੇਜਰ ਕਰਾਂਗੇ, ਪੋਲਾਂ ਤੋਂ ਨਹੀਂ ਮੇਜਰ ਕਰਦੇ। ਹਾਂ ਠੀਕ ਹੈ, ਮੈਂ ਲਿਖੀਆਂ ਜ਼ਰੂਰ ਆ ਵੀ ਆ R1 ਆ, ਪਰ ਆਪਾਂ ਆਲਮੋਸਟ ਜਦੋਂ ਆਪਾਂ ਪ੍ਰੈਕਟੀਕਲੀ ਗੱਲ ਕਰਾਂਗੇ ਤਾਂ ਆਪਾਂ ਇਹ ਡਿਸਟੈਂਸਸ C ਤੋਂ ਮੰਨ ਲੈਣੀ ਆ, ਕਿਉਂਕਿ ਆਪਾਂ ਇਹ ਮੰਨ ਕੇ ਚੱਲਾਂਗੇ ਹਮੇਸ਼ਾ ਵੀ ਲੈਂਸ ਇਜ਼ ਵੈਰੀ ਥਿਨ। ਜਿੱਦਾਂ ਉੱਥੇ ਮੰਨਦੇ ਹੁੰਦੇ ਸੀ ਅਪੈਰਚਰ ਇਜ਼ ਵੈਰੀ ਸਮਾਲ, ਇੱਥੇ ਮੰਨਿਆ ਕਰਾਂਗੇ ਲੈਂਸ ਇਜ਼ ਵੈਰੀ ਥਿਨ। ਆਪਟੀਕਲ ਸੈਂਟਰ C ਤੋਂ ਮਿਣਤੀ ਕਰੂਗੀ ਸਾਰੀ, ਬਾਕੀ ਸਾਰਾ ਕੁਝ ਉਹੀ ਆ। ਇੰਸੀਡੈਂਟ ਲਾਈਟ ਦੀ ਡਾਇਰੈਕਸ਼ਨ ਚ ਪੋਜ਼ਿਟਿਵ ਡਿਸਟੈਂਸ, ਅਪੋਜ਼ਿਟ ਡਾਇਰੈਕਸ਼ਨ ਚ ਨੈਗੇਟਿਵ ਡਿਸਟੈਂਸ, ਉੱਪਰ ਵੱਲ ਨੂੰ ਪੋਜ਼ਿਟਿਵ, ਨੀਚੇ ਵੱਲ ਨੂੰ ਨੈਗੇਟਿਵ, ਕੋਈ ਸਟੋਰੀ ਦੇ ਵਿੱਚ ਚੇਂਜ ਹੈ ਨਹੀਂ। ਤਾਂ ਸਾਈਨ ਕਨਵੈਨਸ਼ਨ ਲਿਖਣੀ ਆ, ਸਮਝਣੀ ਆ, ਯਾਦ ਆਪਣੇ ਆਪ ਹੀ ਹੋ ਜਾਣਗੀਆਂ। ਨੰਬਰ 2 ਲਿਖ ਦਿਓ, ਡਿਸਟੈਂਸਸ, distance along the direction of incident light, along the direction of incident light is positive and vice versa. Distances upward, तीसरा किया perpendicular upward distance, परपेंडिकुलर अपवर्ड डिस्टेंस, इनू मैं की लिखूंगा, इनू मैं लिखूंगा पॉजिटिव, और परपेंडिकुलर डाउनवर्ड डिस्टेंस नीचे वाल दो, इनू मैं मनूंगा नेगेटिव। दसो मुश्किल है कोई? सारी स्टोरी सेम चल रही कि नहीं चल रही? सिर्फ एक चीज चेंज हुई है, ऑप्टिकल सेंटर तो डिस्टेंस मेजर करनी है। पेपर च नहीं होने साइन कन्वेंशन, बटर साइन कन्वेंशन, राइट डाउन साइन कन्वेंशन नहीं होता, जमा नहीं होता, याद होना चाहिए साडे। एप्लीकेशन है सारी। कंटिन्यू करो। हुण मैं जदों इन्ना काम करता तुहानूं साइन कन्वेंशन भी कढ के देते, ठीक है, तो हुण मैनूं ऐ लगदा भी हुण तुसीं तैयार हो गए लेंस मेकर फार्मूले वास्ते। एक फोकस की डेफिनेशन होर लिख लो। फोकस की डेफिनेशन जिहड़ी तुसी, फोकस की डेफिनेशन पता ना तुहानू? क्यों भाई? फोकस वही हुंदा जो पैरेलल लाइट रेज जिहड़े पॉइंट ते इकट्ठियां हुंदियां और वो पॉइंट प्रिंसीपल एक्सिस ते लाई करदा, उस पॉइंट नूं असीं फोकस पॉइंट बोलदे हां। किहड़ा पॉइंट बोलदे हां? फोकस पॉइंट। फोकस दो हुंदे आ, एक फर्स्ट प्रिंसीपल फोकस एंड एक सैकंड प्रिंसीपल फोकस। मतलब लेंस दे फोकस दोने पासे हुंदे आ। कहण दा मतलब मेरा ये है, ठीक है, कहने का मीनिंग मेरा ये है भी लेंस दे फोकस दोनों पासे होंगे, ठीक है। खैर इन्नी कॉम्प्लीकेशन दे विच जाण दी लोड़ नहीं, लिखियो फोकल, फोकस पॉइंट या प्रिंसिपल फोकस, प्रिंसिपल फोकस। प्रिंसिपल फोकस का दूजा नाम है फोकस पॉइंट। प्रिंसिपल फोकस का दूजा नाम है फोकस पॉइंट, और इनू रिप्रेजेंट करते असीं कैपिटल एफ दे नाल। सो ये पॉइंट हुंदा बेटा प्रिंसिपल एक्सिस ते, जिथे प्रिंसिपल एक्सिस दे पैरेलल लाइट रेज आफ्टर रिफ्रैक्शन, रिफ्लैक्शन वाले चैप्टर च बोलते सी आफ्टर रिफ्लैक्शन मिलदियां, मीट करदियां, रीली मीट करदियां या वर्चुअली मीट करदियां। इत्थे भी रीली या वर्चुअली मीट करदियां आफ्टर रिफ्रैक्शन, इन्ने फर्क आ। सेम डेफिनेशन लिख दो, लिख दो, लिख दो। The point on the principal axis, the point on the principal axis at which the light rays, at which the light rays incident parallel to the principal axis meets really or virtually, really meet कर दिया या virtually meet कर दिया after the refraction, refraction तो बाद, is called as focus point। हुण एक सोचने वाली गल ये भी पेपर च जमा नहीं आउंदा भी what is focus point। पेपर च कदे तुहानूं हुण +2 च हो गए, तुहानूं focus point थोड़ा पूछूगा, वो तुहानूं 8th क्लास च हो 10th क्लास च हो, फिर किते वो पुछदा बंदा भी हाँ जी दसो फोकस की है, हजे कोई फोकस नहीं होता तुहानूं, ठीक है। हाँ पर फोकस का पता जरूर होना चाहिए भी फोकस चीज की है। डायग्राम बनावांगे, मैं फोकस जिहड़ा हैगा कन्वैक्स ते कॉनकेव दोनों दे बना देना। आ मेरे को कन्वैक्स लेंस है, कन्वैक्स का मतलब कन्वर्जिंग,
ਆ ਮੇਰੇ ਕੋਲੇ मैं परपेंडिकुलर लाइन ड्रॉ कर ली एक, ये मेरे कोले आ गया ऑप्टिकल सेंटर सी, डॉट ड्रॉ कर लिया करो, ठीक है। ऑप्टिकल सेंटर सी आ गया, लाइट इंसीडेंट कीतियां पैरेलल टू प्रिंसिपल एक्सिस। आ देखो आ दो लाइट इदां आ गई, इधरों भी ले आओ कोई दिक्कत वाली गल नहीं, जरूरी नहीं थल्ले लियाउणी, उपर उपरों ले आओ तां भी कोई दिक्कत वाली गल नहीं। आफ्टर रिफ्रैक्शन एक्चुअली इत्थे मीट कर रही है किसी ना किसी पॉइंट ते, मैं इत्थे मीट करवाती, जिथे भी मीट हुई, जिथे भी ये मिलियां उस पॉइंट ते आ पॉइंट आ जिहड़ा इहनूं बोलदे आ प्रिंसीपल फोकस। ये बेटा रियल फोकस आ, जिदा ऑब्जेक्ट रियल हुंदा सी ते वर्चुअल हुंदा सी, उदां ही रियल फोकस ते वर्चुअल फोकस दो आ, तां साडा रियल फोकस आ, क्योंकि इत्थे लाइट्स रियली मीट कीतियां। ऐदां ही जे कॉनकेव बनाऊंगा तो उहदा वर्चुअल फोकस होगा, ठीक है। कॉनकेव दा भी फोकस बना लो, फिर साडी स्टोरी एक कंप्लीट हो जाएगी बेटा। फिर मैं तुहानूं लेंस मेकर फार्मूला जिहड़ा बड़ी आसानी नाल करवा सकूंगा, ठीक है पुत्त। आ जाओ, आ कॉनकेव आ, और लेंस मेकर फार्मूला को बड़ा लेंथी भी है नहीं, शॉर्ट च ही करांगे आप। आ प्रिंसिपल एक्सिस, ऑप्टिकल सेंटर मैं इत्थे लिखता सी, सी इज द ऑप्टिकल सेंटर, सी ऑप्टिकल सेंटर। लाइट रेज पैरेलल आईयां, दो ही ले आओ, वैसे एक ऊपरों ले आओ एक नीचे ले आओ, बस ये लाइट रेज बाहर नूं मुड़नगियां, आ लाइट बाहर नूं मुड़ गई, एक ही मोड़ियो दोने ना मोड़ियो। जिहड़ी लाइट बाहर वाल नूं गई डाइवर्ज हुई, सानू असीं इत्थों देखिया तां सानू भुलेखा पऊगा कि वो लाइट कित्थों आ रही है, सानू भुलेखा पऊगा भी वो लाइट इत्थों आ रही है, जित्थों आ रही है पैरेलल लाइट वो फोकस आ। इसे ही तरीके नाल हुण जदों एक डायग्राम बना लिया, स्केल रखो इत्थे। एक दो बच्चों ने मैनूं इमेजेस भेजियां सी, बहुत सोहणियां इमेजेस बनाईयां होईयां उन्होंने, स्केल का बहुत सोहना यूज किया। मैनूं बच्चे का नाम शायद नमन सी, उन्हें बहुत अच्छे डायग्राम बनाए सी बेटा, बहुत वधिया, शाबाश। आ जाओ, सारे बच्चों ने मैनूं भेजे भी नहीं इमेजेस, मैं कल आख्या सी इमेजेस भेजो जिहड़े डायग्राम, परसों शायद आख्या सी, पर किसी ने नहीं मैनूं भेजे। आ साडा वर्चुअल फोकस आ बेटा, लाइट तो बाहर नूं मुड़ गई पर ये वर्चुअली मीट कर रही, इत्थे रियली मीट कर रही। ओके कि नहीं ओके? किसी बच्चे नूं कोई शक? किसी बच्चे नूं कोई शक? वो बोलता पाओ। कुलबीर, कुलबीर तेनू समझ आ रहा कि नहीं आ रहा? कुलबीर, कुलबीर तेरी आवाज नहीं आ रही मैनू। हेलो, यस सर। समझ आ रहा तेनू कि नहीं आ रहा? खुशदीप, मनवीर कौर, मनवीर कौर समझ आ रहे? समझ आ रहे ना? आज नवे टॉपिक से। हाँ जी सर। वेरी इंपॉर्टेंट, मोस्ट इंपॉर्टेंट टॉपिक, लेंस मेकर फार्मूला। हुण मैं लेंस मेकर फार्मूला ध्यान नाल सुणियो, मैं फार्मूला तैयार करना एक इदां दा फार्मूला जिहड़ा मैनूं लेंस बनाउण च हेल्प करे। देखो मैं एक गल करां तुहाडे नाल, मैनूं लेंस चाहीदा, मैनूं आख्या गया जी एक इदां दा लेंस बनाओ जिहदी फोकल लेंथ होवे 30 सेंटीमीटर। लो जी, हुण बंदे ने तो कहता जी 30 सेंटीमीटर फोकल लेंथ दा लेंस बनाओ। हुण मैं किदां दा बनावां? मेरे कोल की क्राइटेरिया भी 30 सेंटीमीटर फोकल लेंथ कदों होगी? फोकल लेंथ की डेफिनेशन लिखवाउण दी लोड़ है तुहानूं? प्रिंसीपल फोकस दी ऑप्टिकल सेंटर तो डिस्टेंस जिहड़ी आ वो फोकल लेंथ पिछले डायग्राम च बना लिओ। डायग्राम दे विच जिहड़ी फोकल लेंथ आ वो लिख लिओ। दोनों डायग्राम च एक फोकल लेंथ पॉजिटिव सी, दूसरी नेगेटिव सी, पुठे पासे नूं आई सी। चलो जो भी होवे, फोकल लेंथ एफ। मैं ये गल कह रहा भी फोकस ते लाइट इकट्ठी हुंदी आ। मैनूं कहंदा जी लेंस बनाओ जिहदी फोकल लेंथ 30 सेंटीमीटर आ, ते मेरे कोल कोई तरीका ही है नहीं, मेरे कोल कोई मैथड ही है नहीं। मैं किद्दां बनावां? लेंस दा की क्राइटेरिया? लेंस मोटा रखा, लेंस नूं पतला करा, लेंस दे मटीरियल किद्दां दा मैनूं ये नहीं पता। तां कुल मिला के कहण दा मीनिंग ये आ कि जे आ दोनों सरफेसिस जिहड़े आ इन्हां दी रेडियस ऑफ करवेचर दा मैनूं आइडिया मिल जावे भी इन्नी रेडियस ऑफ करवेचर रखोगे तां फोकल लेंथ इन्नी बन जूगी, और उहदे विच लेंस दा जिहड़ा मटीरियल आ वो फलाना फलाना इस तरीके दा लगूगा, तां बड़ी आसानी नाल मेरा मसला हल हो सकदा। करदा एक लेंस तैयार करने वास्ते
इदां दा फार्मूला जिहड़ा लेंस बनाउण वास्ते हेल्प करदा, तां ही तो लेंस मेकर फार्मूला, टू मेक अ लेंस। ठीक है, एक लेंस तैयार करने वास्ते ये हेल्प करदा। समझ आ रही गल? लिख दो। इट इज अ रिलेशन, it is a relation between focal length f and focal length f, refractive index of material of lens mu, refractive index of material of lens, material refractive index ਇਹਦੇ material ਦੀ refractive index ਕਿੰਨੀ ਹੈ, ਉਹਦਾ ਰਿਲੇਸ਼ਨ ਹੈ ਕਿਹਦੇ ਨਾਲ? focal length f, refractive index of material of lens and radii of curvature. radius ਦਾ plural ਹੈ radii, radii of curvature, R1 and R2। ਇਹ ਰਿਲੇਸ਼ਨ ਹੈ ਬੇਟਾ ਇਹਨਾਂ ਚਾਰਾਂ ਚੀਜ਼ਾਂ ਦਾ। ਇਹ ਰਿਲੇਸ਼ਨ ਹੈਲਪ ਕਰਦਾ। ਇਹ ਰਿਲੇਸ਼ਨ ਕੀ ਬਣੂਗਾ ਮੈਂ ਲਿਖ ਹੀ ਦੇਣਾ, 1/f is equal to mu minus 1। mu minus 1 ਨੂੰ ਮੈਂ ਇਦਾਂ ਲਿਖ ਲੈਣਾ ਵੀ ਮੀਡੀਅਮ ਜਿਹੜਾ ਹੈਗਾ ਇਹ ਜਿਹੜਾ ਮਟੀਰੀਅਲ ਬਣਿਆ ਉਹ 2 ਨੰਬਰ ਮੀਡੀਅਮ ਆ ਤੇ ਬਾਹਰ 1 ਨੰਬਰ ਮੀਡੀਅਮ ਆ, ਯਾਨੀ ਕਿ 2 with respect to 1 into 1/R1 minus 1/R2। बेटा ये साडा लेंस मेकर फार्मूला है, ये साडा लेंस मेकर फार्मूला, नोट कर लो। मैं फार्मूला डिराइव करना, जल्दी करो भाई, टाइम थोड़ा। मैं फार्मूला डिराइव करना, ठीक है। पहला असी डिराइव करांगे कॉन्वैक्स लेंस वास्ते, फिर डिराइव करांगे कॉनकेव वास्ते, ठीक है। तो मैं कॉन्वैक्स वास्ते तो हुणे करवा देना तुहानू डिराइव। लिख दो दिस फार्मूला हेल्प्स, लिख लो माड़ी जी गल, दिस फार्मूला हेल्प्स टू मेक a lens of any required focal length। किसी भी दी हुई फोकल लेंथ का मैं लेंस बनाना तो मैं इस फार्मूले की हेल्प नाल बना सकता। इतों मैनूं ये पता लग जूगा भी फोकल लेंथ इन्नी चाहिए आ, मटीरियल मेरा एस रिफ्रैक्टिव इंडेक्स का, तो मैं R1 R2 कितना रखा कि मेरा आंसर आ जाए। तो मैं बड़ी आसानी नाल इत्थों रेडियस ऑफ कर्वेचर की वैल्यू फाइंड करके उन्नी मोटाई का उन्नी थिकनेस का लेंस तैयार कर देना। वो लेंस उन्नी फोकल लेंथ का ही होगा, थोड़ा बहुता एरर हो सकता, ज्यादा नहीं होता, ठीक है। आ जाओ और लेंस मेकर फार्मूला डिराइव करांगे। लिखो टू डिराइव लेंस मेकर फार्मूला फॉर कॉन्वेक्स लेंस, टू डिराइव लेंस मेकर फार्मूला फॉर अ कॉन्वेक्स लेंस। किसी कॉन्वेक्स लेंस वास्ते लेंस मेकर फार्मूला डिराइव करने लगे। टू डिराइव लेंस मेकर फार्मूला फॉर कॉन्वेक्स लेंस, एक कॉन्वैक्स लेंस वास्ते लेंस मेकर फार्मूला 5 नंबर का बड़ा इंपॉर्टेंट सवाल। जे तुहानू कला लेंस मेकर फार्मूला पूछा जाए, तुसीं कॉन्वैक्स वाला कर रहे हो, कोई दिक्कत नहीं। ये वास्ते कुछ अजम्पशन मनांगे, अजम्पशंस लिखो पहला। हाँ जी, पहली अजम्पशन लिखो, पहली नंबर 1, लेंस इज वेरी थिन। पहली अजम्पशन लेंस बहुत पतला आ, लेंस इज वेरी थिन, बहुत पतला। नंबर 2, अपर्चर इज स्मॉल, लेंस का साइज भी बड़ा बड़ा नहीं, छोटा आ। अपर्चर बहुत छोटी है, अपर्चर इज वेरी स्मॉल, अपर्चर बड़ी छोटी है। तीसरा, थर्ड पॉइंट बेटा जिहड़ा लेंस का ऑब्जेक्ट पॉइंट साइज था और उहदे प्रिंसिपल एक्सिस ते पिया। ऑब्जेक्ट हैज पॉइंट साइज and placed over the principal axis, and placed over the principal axis। object point size that principal axis te paya, object has point size and placed over the principal axis।
ਕਿਸੇ ਨੂੰ ਸ਼ੱਕ ਇਹਦੇ 'ਚ? ਇਹ ਮੈਂ ਕੁਝ ਗੱਲਾਂ ਮੰਨ ਲਈਆਂ ਜਿਹੜੀਆਂ ਕਿ ਮੈਨੂੰ ਅਜ਼ੰਪਸ਼ਨ ਵਾਸਤੇ ਜ਼ਰੂਰੀ ਆ, ਮੈਨੂੰ ਲੋੜ ਹੈ ਇਹਨਾਂ ਦੀ, ਮੈਂ ਇਹਨਾਂ ਦੀ ਹੈਲਪ ਦੇ ਨਾਲ ਬੜੀ ਆਸਾਨੀ ਨਾਲ ਡਿਰਾਈਵ ਕਰ ਲੂੰਗਾ। ਲਿਖ ਲਈਆਂ ਅਜ਼ੰਪਸ਼ਨ ਸਾਰਿਆਂ ਨੇ? जी सर। ਜਲਦੀ ਦੱਸੋ। हाँ जी ਅਜ਼ੰਪਸ਼ਨ सर। ਲਿਖ ਲਈਆਂ ਤਾਂ ਹਾਂ। ਹੁਣ ਲਿਖਿਆ ਹਾਂਜੀ ਲੈਂਸ ਇਜ਼ sir। ਵੈਰੀ ਥਿਨ, ਲਿਖਿਆ ਲੈਂਸ ਇਜ਼ ਵੈਰੀ ਥਿਨ, ਬਣਾਉਣਾ ਅਸੀਂ ਮੋਟਾ, ਪਤਲਾ ਲੈਂਸ ਨਹੀਂ ਬਣਾਉਣਾ, ਕਿਉਂਕਿ ਜੇ ਲੈਂਸ ਪਤਲਾ ਬਣਾਉਂਗੇ ਤਾਂ ਦਿਖਣਾ ਕੀ ਉਹਦੇ ਵਿੱਚ, ਨਾ ਕੋਈ ਐਂਗਲ ਦਿਖੇ, ਲੈਣਾ ਨਹੀਂ ਦੇਣਾ। ਠੀਕ ਆ, ਲੈਂਸ ਬਣਾਵਾਂਗੇ ਥਿਕ, ਦੱਸਾਂਗੇ ਥਿਨ। ਓਕੇ, ਨਹੀਂ ਤਾਂ ਡਾਇਗਰਾਮ ਨਹੀਂ ਬਣਨਾ ਸਾਡਾ। ਆ ਜਾਓ, ਅਜ਼ੰਪਸ਼ਨ ਤੁਸੀਂ ਨੋਟ ਕਰ ਲਈਆਂ। ਇਸ ਤੋਂ ਬਾਅਦ ਮੈਂ ਡਾਇਗਰਾਮ ਡਰਾ ਕਰਨ ਲੱਗਿਆ। ਡਾਇਗਰਾਮ ਬੜੇ ਧਿਆਨ ਨਾਲ ਡਰਾ ਕਰਿਓ। ਆ ਮੇਰੇ ਕੋਲੇ ਇੱਕ ਲੈਂਸ ਆ, ਕਾਫੀ ਥਿਕ ਆ, ਹੈ ਪਰ ਹੈ ਕੀ ਆ? ਕਿਉਂ ਬਈ? ਹੈਗਾ ਥਿਨ, ਲੈਂਸ ਇਜ਼ ਵੈਰੀ ਥਿਨ ਮੰਨਿਆ ਹਨਾ, ਪਰ ਮੈਂ ਕੀ ਕਰਿਆ ਇਹਨੂੰ? ਮੈਂ ਕਹਤਾ ਥਿਕ ਆ, ਬਣਾ ਥਿਕ ਦਿੱਤਾ। ਹੋਵੇ ਥਿਨ, ਬਣਾਵਾਂਗੇ ਥਿਕ। ਸ਼ਾਬਾਸ਼, ਸ਼ੇਰ ਬਣ ਜਾਓ। ਵਧੀਆ ਬਣਾਇਓ, ਮਾੜਾ ਨਹੀਂ ਬਣਨਾ ਚਾਹੀਦਾ। ਦੋਨੋਂ ਰੇਡੀਅਸ ਆਫ ਕਰਵੇਚਰ ਬਰਾਬਰ ਹੋਣੀ ਹੈ, ਕੋਈ ਜ਼ਰੂਰੀ ਨਹੀਂ ਇੱਕੋ ਜਿਹਾ ਹੋਣਾ, ਕੋਈ ਜ਼ਰੂਰੀ ਨਹੀਂ। ਵੱਧ ਘੱਟ ਹੋਵੇ ਚੱਲ ਜੂ। ਹੁਣ ਦੇਖੋ ਇਹਦੀ ਰੇਡੀਅਸ ਆ ਥੋੜਾ ਪਤਲਾ ਜਿਹਾ ਸਰਫੇਸ ਲੱਗਦਾ, ਆ ਥੋੜਾ ਜ਼ਿਆਦਾ ਗੋਲਾ ਲੱਗਦਾ, ਤੇ ਇਹਦਾ ਮਤਲਬ ਇਹ ਥੋੜੀ ਵੀ ਮੈਂ ਡਾਇਗਰਾਮ ਢਾ ਦੂੰਗਾ। ਠੀਕ ਆ, ਕੋਈ ਗੱਲ ਨਹੀਂ, ਕਰਕੇ ਆ ਜਾਓ। ਇਹਦਾ ਪ੍ਰਿੰਸੀਪਲ ਐਕਸਿਸ, ਇਹਦਾ ਪ੍ਰਿੰਸੀਪਲ ਐਕਸਿਸ ਮੈਂ ਡਰਾ ਕਰਤਾ। ਸਿਮੈਟਰੀ ਦੇ ਵਿੱਚ ਡਰਾ ਕਰਾਂਗੇ ਸਿੱਧਾ ਜਿਹਾ, ਗਲਤ ਨਾ ਕਰ ਲਿਓ। ਇਹਦਾ ਆਪਟੀਕਲ ਸੈਂਟਰ ਇੱਥੇ ਲਿਖਤਾ ਮੈਂ C, X ਆ ਉੱਪਰ ਵਾਲੇ ਪੁਆਇੰਟ ਦਾ ਨਾਮ ਹੈ X, ਆ ਪੋਲ ਆ P1, ਆ ਪੁਆਇੰਟ ਆ Y, ਇਸ ਪੋਲ ਦਾ ਨਾਮ ਆ P2। ਨੋਟ ਕਰੋ, ਇੱਕ ਸਰਫੇਸ X P1Y, ਦੂਜਾ X P2Y। ਇੱਥੇ ਆਬਜੈਕਟ ਪੁਆਇੰਟ ਸਾਈਜ਼ ਦਾ ਪਿਆ, ਆਬਜੈਕਟ ਤੋਂ ਲਾਈਟ ਜਾਣੀ ਆ, ਆਬਜੈਕਟ ਤੋਂ ਲਾਈਟ ਜਾਣੀ ਆ ਲੈਂਸ ਵੱਲ ਨੂੰ। ਜਿੱਥੇ ਵੀ ਲੈ ਕੇ ਜਾਣੀ ਅਸੀਂ ਲਾਈਟ, ਸਿੱਧੇ ਵਾਲੀ ਤਾਂ ਸਿੱਧੀ ਟੱਪ ਜਾਣੀ ਆ, ਜਿੱਦੀ ਲਾਈਟ ਜਾਣੀ ਉੱਥੇ ਪਹਿਲਾਂ ਨਾਰਮਲ ਡਰਾ ਕਰਾਂਗੇ। ਪਹਿਲਾ ਕੰਮ ਕੀ ਕਰਾਂਗੇ? ਨਾਰਮਲ। ਤੁਹਾਨੂੰ ਪਤਾ ਨਾਰਮਲ ਮੈਂ ਹਜੇ ਤੱਕ ਬਲੂ ਕਲਰ ਨਾਲ ਡਰਾ ਕਰਦਾ ਰਿਹਾ। ਬੜਾ ਉੱਪਰ ਨਾ ਲਿਜਾਇਓ, ਬੜਾ ਥੱਲੇ ਵੀ ਨਾ ਲਿਜਾਇਓ, ਮੀਡੀਅਮ ਜਿਹਾ ਰੱਖ ਲਓ ਇੱਥੇ ਚਾਲੇ ਜੀ। ਆ ਪਹਿਲੇ ਸਰਫੇਸ ਦਾ ਨਾਰਮਲ 90 ਡਿਗਰੀ ਐਂਗਲ ਤੇ, ਪਹਿਲਾ ਨਾਰਮਲ। ਸਮਝ ਆ ਰਹੀ ਗੱਲ? ਤਾਂ ਪਹਿਲੇ ਸਰਫੇਸ ਦਾ ਨਾਰਮਲ ਪਹਿਲੇ ਸੈਂਟਰ ਤੇ ਪਹੁੰਚੂਗਾ, ਔਰ ਪਹਿਲਾ ਸੈਂਟਰ ਆ C1। ਪਹਿਲੇ ਸਰਫੇਸ ਦਾ ਯਾਨੀ ਕਿ ਪਹਿਲੇ ਗੋਲੇ ਦਾ ਸੈਂਟਰ ਆਫ ਕਰਵੇਚਰ C1। ਕਿਸੇ ਨੂੰ ਕੋਈ ਸ਼ੱਕ? ਡਾਇਗਰਾਮ ਦੇ ਵਿੱਚ ਸਾਰਾ ਕੁਝ ਆ ਢੰਗ ਨਾਲ ਬਣਾਇਓ, ਗਲਤ ਨਾ ਕਰ ਲਿਓ। ਲਾਈਟ ਇਨਸੀਡੈਂਟ ਕੀਤੀ, ਇੱਥੇ ਆਈ, ਲਾਈਟ ਨਾਰਮਲ ਵੱਲ ਨੂੰ ਮੁੜੂ ਜਾਂ ਨਾਰਮਲ ਤੋਂ ਦੂਰ ਹਟੂਗੀ? ਬੋਲੋ ਬਈ, ਲਾਈਟ ਨਾਰਮਲ ਨੂੰ ਵੱਲ ਨੂੰ ਮੁੜੂ ਜਾਂ ਨਾਰਮਲ ਤੋਂ ਦੂਰ ਹਟੂਗੀ? ਬੋਲੋ ਸਰ ਵੱਲ ਨੂੰ। ਨਾਰਮਲ ਵੱਲ ਨੂੰ, ਕਿਉਂਕਿ ਆ ਤਾਂ ਹੈਗਾ, ਆ ਹੈਗਾ ਰੇਅਰ ਮੀਡੀਅਮ, ਆ ਹੈਗਾ ਰੇਅਰ ਮੀਡੀਅਮ, ਆ ਹੈਗਾ ਡੈਂਸਰ ਮੀਡੀਅਮ। ਇੱਥੇ ਲਿਖ ਵੀ ਦਿੰਦਾ ਮੈਂ। ਤਾਂ ਡੈਂਸਰ ਮੀਡੀਅਮ ਦੀ ਰਿਫਰੈਕਟਿਵ ਇੰਡੈਕਸ ਜਿਹੜੀ ਆ ਉਹ ਨਾਰਮਲੀ ਆਪਾਂ ਇਹ ਮੰਨਦੇ ਹੁੰਦੇ ਵੀ ਇਹ ਤਾਂ μ2 ਰਿਫਰੈਕਟਿਵ ਇੰਡੈਕਸ ਦਾ ਆ, ਇਹਦੀ ਰਿਫਰੈਕਟਿਵ ਇੰਡੈਕਸ ਆਪਾਂ μ2 ਮੰਨਦੇ ਹੁੰਦੇ ਆ, ਇਹਦੀ ਰਿਫਰੈਕਟਿਵ ਇੰਡੈਕਸ ਆਪਾਂ μ1 ਮੰਨਦੇ ਹੁੰਦੇ ਆ। ਤੇ ਲਾਈਟ ਨਾਰਮਲ ਵੱਲ ਨੂੰ ਪੈਰਲਲ ਨਾ ਕਰ ਦਿਓ, ਜੇ ਪੈਰਲਲ ਕਰਤੀ ਇਹ ਕਿਤੇ ਨਹੀਂ ਪਹੁੰਚਣੀ। ਇਹਨੂੰ ਥੋੜੇ ਜਿਹੇ ਟੇਢੇ ਰੱਖਿਓ ਲਾਈਟ ਨੂੰ। ਦੇਖੋ ਵੀ ਲਾਈਟ ਟੇਢੀ ਆ, ਇਹ ਲਾਈਟ ਗਾਂ ਜਾ ਕੇ ਕਿਤੇ ਨਾ ਕਿਤੇ ਇਸ ਲਾਈਨ ਨੂੰ ਮਿਲ ਜੂਗੀ। ਇਹ ਲਾਈਟ ਇੱਥੇ ਜਾ ਕੇ ਕਿਤੇ ਨਾ ਕਿਤੇ ਬਿਲਕੁਲ ਸਿੱਧੀ ਲੈ ਜਾਓ, ਡਾਟਡ ਲੈ ਕੇ ਜਾਣੀ, ਕਿਉਂਕਿ ਇੱਥੇ ਫਿਰ ਦੁਬਾਰਾ ਰਿਫਰੈਕਸ਼ਨ ਹੋ ਜਾਣਾ। ਦੋ ਸਰਫੇਸ ਹੈ ਨਾ, ਅਜੇ ਆਪਾਂ ਪਹਿਲੇ ਸਰਫੇਸ ਦੀ ਸਟੱਡੀ ਕਰ ਰਹੇ ਹਾਂ। ਇੱਥੇ ਉਹ ਇਮੇਜ ਬਣਨੀ ਜਿਹੜੀ ਬਣੀ ਨਹੀਂ, ਕਿਉਂਕਿ ਦੂਜਾ ਸਰਫੇਸ ਫੇਰ ਆ ਗਿਆ, ਇੱਥੇ ਰਿਫਰੈਕਸ਼ਨ ਫੇਰ ਹੋ ਜਾਊਗਾ। ਜੋ ਦੋ ਵਾਰ ਰਿਫਰੈਕਸ਼ਨ ਹੋਇਆ ਤਾਂ ਇਮੇਜ ਤਾਂ ਕਿਤੇ ਹੋਰ ਜਾਣੀ ਆ। ਇਸ ਇਮੇਜ ਦਾ ਨਾਮ ਹੈ ਰੱਖਿਆ I1। ਇਹ ਇਮੇਜ ਬਣੀ ਨਹੀਂ, ਇਮੇਜ I1। ਹਾਂਜੀ, ਇੰਨਾ ਕੰਮ ਕਰ ਲਿਆ ਸਾਰਿਆਂ ਨੇ। ਇਸ ਪੁਆਇੰਟ ਦਾ ਨਾਮ ਉੱਪਰ ਵਾਲਾ ਆਹ ਵਾਲਾ ਪੁਆਇੰਟ ਹੈ, ਇਹਦਾ ਨਾਮ A ਰੱਖ ਲਓ। ਐਂਗਲ ਆਫ ਇਨਸੀਡੈਂਸ, ਐਂਗਲ ਆਫ ਰਿਫਰੈਕਸ਼ਨ ਲਿਖਣੇ ਤਾਂ ਇਹਨੂੰ I ਲਿਖ ਲਓ।
ਇਹਨੂੰ ਐਂਗਲ R ਲਿਖ ਲਓ, ਵੈਸੇ ਮੈਂ ਸ਼ਾਰਟਕਟ ਮਾਰਨ ਲੱਗਿਆ, ਠੀਕ ਹੈ। I ਤੇ R ਲਿਖ ਜ਼ਰੂਰ ਦਿੱਤੇ ਆ, ਪਰ ਮੈਂ ਸ਼ਾਰਟਕਟ ਮਾਰੂੰਗਾ ਕਿਉਂਕਿ ਮੈਨੂੰ ਲੱਗਦਾ ਵੀ ਬੜਾ ਵੱਡਾ ਡੈਰੀਵੇਸ਼ਨ ਕਰਨ ਦੀ ਲੋੜ ਨਹੀਂ। ਡੈਰੀਵੇਸ਼ਨ ਐਕਚੁਅਲੀ ਚ ਜਿਹੜਾ ਕੰਮ ਕੀਤਾ ਨਾ ਆਪਾਂ ਹਜੇ ਤੱਕ, ਰਿਫਰੈਕਟਿਵ ਇੰਡੈਕਸ ਔਰ ਡੈਂਸਰ ਮੀਡੀਅਮ ਵਿਦ ਰਿਸਪੈਕਟ ਟੂ ਰੇਅਰਰ ਮੀਡੀਅਮ, ਉਹਦੇ ਵਿੱਚ ਅੱਗੇ ਇੱਕ ਰਿਫਰੈਕਸ਼ਨ ਕਰਦੇ ਸੀ, ਹੁਣ ਦੋ ਕਰਨੇ ਆ। ਪਹਿਲਾਂ ਇਹਦੇ ਵਾਸਤੇ ਕਰ ਦੋ, ਫਿਰ ਇਹਦੇ ਵਾਸਤੇ ਕਰ ਦੋ, ਦੋਨੋਂ ਡੈਰੀਵੇਸ਼ਨਸ, ਦੋ ਇਕੁਏਸ਼ਨਾਂ ਉਹ ਸੋਲਵ ਕਰ ਲਓ, ਆਨਸਰ ਆ ਜੂ। ਪਰ ਮੈਂ ਨਹੀਂ ਚਾਹੁੰਦਾ ਆਪਾਂ ਇਦਾਂ ਕਰੀਏ, ਆਪਾਂ ਸ਼ਾਰਟ ਚ ਚੱਲਾਂਗੇ। ਆਪਾਂ ਇਹ ਦੇਖਦੇ ਹਾਂ ਵੀ ਜਦੋਂ ਆਹ ਵਾਲਾ ਸਰਫੇਸ ਕੰਸੀਡਰ ਕਰ ਰਹੇ, ਮੈਨੂੰ ਦੱਸੋ ਵੀ ਆਹ ਸਰਫੇਸ ਕਨਵੈਕਸ ਸਰਫੇਸ ਆ, ਕਨਕੇਵ ਸਰਫੇਸ ਆ? ਬੋਲੋ ਕਿਹੜਾ ਸਰਫੇਸ ਆ ਇਹ? ਆਹ ਡੈਂਸਰ ਮੀਡੀਅਮ, ਘੋਟਣਾ ਇੱਧਰ ਆ, ਇਹਦਾ ਮਤਲਬ ਆ ਕਨਵੈਕਸ ਆ। ਕਿਹੜਾ ਸਰਫੇਸ ਆ ਇਹ? ਕਿਹੜਾ ਸਰਫੇਸ ਆ? ਕਨਵੈਕਸ। ਇਹ ਸਰਫੇਸ ਕਨਵੈਕਸ ਸਰਫੇਸ ਆ। ਜੇ ਕਨਵੈਕਸ ਸਰਫੇਸ ਆ ਬੇਟਾ ਮੇਰੇ ਕੋਲੇ, ਤਾਂ ਆਬਜੈਕਟ ਬਾਹਰ ਪਿਆ, ਤਾਂ ਆਨਸਰ ਮੈਨੂੰ ਯਾਦ ਆ ਕਿ ਨਹੀਂ ਯਾਦ? ਆਬਜੈਕਟ ਡਿਸਟੈਂਸ ਸੈਂਟਰ ਤੋਂ ਲੈ ਲਈਏ, ਲੈਣੀ ਤਾਂ ਪੋਲ ਤੋਂ ਚਾਹੀਦੀ ਆ, ਠੀਕ ਹੈ, ਪਰ ਮੈਂ ਸੈਂਟਰ ਤੋਂ ਲਊਂਗਾ ਕਿਉਂਕਿ ਲੈਂਸ ਬਹੁਤ ਥਿਨ ਆ। ਆਬਜੈਕਟ ਡਿਸਟੈਂਸ U, ਥੋੜਾ ਥੱਲੇ ਬਣਾਇਓ, ਇੱਥੇ ਲਿਖਣਾ ਪੈਣਾ ਕੁਛ ਨਾ ਕੁਛ, ਠੀਕ ਹੈ। ਆਬਜੈਕਟ ਡਿਸਟੈਂਸ U, ਇਮੇਜ ਇੱਥੇ ਬਣੀ ਆ, ਇਮੇਜ ਡਿਸਟੈਂਸ ਮੈਂ ਲਿਖਤੀ V, ਥੋੜਾ ਨੀਚੇ ਲਿਖਿਓ, ਠੀਕ ਹੈ, ਕਿਉਂਕਿ ਵਿਚਾਲੇ ਕੁਝ ਹੋਰ ਵੀ ਹੋ ਸਕਦਾ। ਇਹ ਇਮੇਜ ਨੂੰ V1 ਲਿਖ ਲਿਆ ਮੈਂ, V1 ਇੱਕ ਨੰਬਰ ਇਮੇਜ ਨੂੰ V1 ਡਿਸਟੈਂਸ ਤੇ ਬਣੀ। ਔਰ ਪਹਿਲੇ ਸਰਫੇਸ ਦੀ ਰੇਡੀਅਸ ਆਫ ਕਰਵੇਚਰ ਵੈਸੇ ਤਾਂ ਇੱਥੋਂ ਪੋਲ ਤੋਂ ਆ, ਪਰ ਮੈਂ ਕਿਉਂਕਿ ਸਾਈਨ ਕਨਵੈਨਸ਼ਨ ਲਵਾਇਆ ਤੁਹਾਨੂੰ, ਆਲ ਡਿਸਟੈਂਸਸ ਆਰ ਮੇਡ ਫਰਮ ਪੋਲ। ਨੰਬਰ 2, ਲੈਂਸ ਬਹੁਤ ਪਤਲਾ ਆ, ਜੇ ਪਤਲਾ ਤਾਂ ਆ ਡਿਸਟੈਂਸਸ ਨੈਗਲੀਜੀਬਲ ਆ, ਇਹਦਾ ਮਤਲਬ ਸੈਂਟਰ ਦੀ ਡਿਸਟੈਂਸ ਤਾਂ ਇੱਥੋਂ ਲੈਣੀ ਚਾਹੀਦੀ ਆ, ਪਰ ਮੈਂ ਆਪਟੀਕਲ ਸੈਂਟਰ C ਤੋਂ ਲੈ ਲੂੰਗਾ। ਇਹ ਡਿਸਟੈਂਸ ਮੇਰੇ ਕੋਲੇ ਆ ਗਈ R1। ਕਿੰਨੀ ਡਿਸਟੈਂਸ ਆ ਗਈ ਪੁੱਤਰ? R1, ਰੇਡੀਅਸ ਆਫ ਕਰਵੇਚਰ। ਤਾਂ ਮੈਂ ਪਹਿਲੇ ਸਰਫੇਸ ਦੇ ਵਾਸਤੇ ਫਾਰਮੂਲਾ ਸਿੱਧਾ ਹੀ ਚੱਕ ਲੂੰਗਾ, ਹੁਣੇ ਲਿਖਵਾਇਆ ਸੀ। ਜਦੋਂ ਆਬਜੈਕਟ ਬਾਹਰ ਪਿਆ ਹੁੰਦਾ ਤਾਂ ਫਾਰਮੂਲਾ ਹੁੰਦਾ -1/u + μ/v = μ - 1/r। ਯਾਦ ਆ ਸਾਰਿਆਂ ਨੂੰ ਕਿ ਨਹੀਂ ਯਾਦ? ਉਹ ਫਾਰਮੂਲਾ ਮੈਂ ਸਿੱਧਾ ਚੱਕ ਲੂੰਗਾ, ਲਿਖਿਓ। For refraction at surface, at convex spherical surface, at convex spherical surface, at convex spherical surface x p1y, x p1y ਸਰਫੇਸ ਦੇ ਵਾਸਤੇ, x p1y ਸਰਫੇਸ ਦੇ ਵਾਸਤੇ ਮੈਂ ਫਾਰਮੂਲਾ ਲਿਖਿਆ, ਤਾਂ ਫਾਰਮੂਲਾ ਮੈਂ ਸਿੱਧਾ ਹੀ ਚੱਕ ਲਿਆ ਆ ਕਨਵੈਕਸ ਸਰਫੇਸ ਦੇ ਵਾਸਤੇ। when object is placed outside, for refraction at convex spherical refracting surface x p1y, when object is outside, in rarer medium, object ਬਾਹਰ ਪਿਆ ਨਾ ਰੇਅਰ ਚ, object ਰੇਅਰ ਚ ਪਿਆ। ਇਸ ਟਾਈਮ ਮੈਂ ਇਸ ਸਰਫੇਸ ਨੂੰ ਭੁੱਲਿਆ ਹੋਇਆ ਕਿਉਂਕਿ ਆਪਾਂ ਇਥੋਂ ਮੋੜਿਆ ਵੀ ਨਹੀਂ ਲਾਈਟ ਨੂੰ, ਲਾਈਟ ਜਮਾਂ ਸਿੱਧੀ ਗਈ। ਆਹ ਸਰਫੇਸ ਮੇਰੇ ਭਾਅ ਦਾ ਹੈ ਹੀ ਨਹੀਂ, ਲਾਈਟ ਸਿੱਧੀ ਗਈ ਆ। ਤਾਂ ਮੇਰੇ ਕੋਲ ਫਾਰਮੂਲਾ ਬਣਿਆ -1/u + μ/v, v ਦੀ ਜਗ੍ਹਾ ਤੇ v1, μ ਦੀ ਜਗ੍ਹਾ ਤੇ μ2 ਵਿਦ ਰਿਸਪੈਕਟ ਟੂ 1। ਏਦਾਂ ਕਰਦਾ, 2 ਨੰਬਰ ਮੀਡੀਅਮ ਦੀ 1 ਨੰਬਰ ਮੀਡੀਅਮ ਦੇ ਰਿਸਪੈਕਟ ਦੇ ਰਿਫਰੈਕਟਿਵ ਇੰਡੈਕਸ = μ2 ਵਿਦ ਰਿਸਪੈਕਟ ਟੂ 1 - 1/r1। ਇਕੁਏਸ਼ਨ ਨੰਬਰ 1। ਜੇ ਕਿਸੇ ਨੂੰ ਇਸ ਇਕੁਏਸ਼ਨ 'ਚ ਕੋਈ ਸ਼ੱਕ ਹੈ, ਉਹ ਆਪਣਾ ਬੇਟਾ ਸ਼ੱਕ ਕੱਢ ਲਿਓ, ਮੈਨੂੰ ਬਾਅਦ 'ਚ ਨਾ ਆਖਿਓ ਵੀ ਲੈਂਸ ਮੇਕਰ ਫਾਰਮੂਲਾ ਸਮਝ ਨਹੀਂ ਆਇਆ, ਪੇਪਰ 'ਚ ਆਊਗਾ ਇਹ। ਇਕੁਏਸ਼ਨ ਨੰਬਰ 1, ਜਿਹਨੂੰ ਸਮਝ ਨਹੀਂ ਆਇਆ ਹੁਣੇ ਪੁੱਛ ਲਿਓ, ਜਿਹਨੂੰ ਸਮਝ ਨਹੀਂ ਆਇਆ ਹੁਣੇ ਪੁੱਛ ਲਿਓ, ਬਹੁਤ ਇੰਪੋਰਟੈਂਟ ਆ, ਬਹੁਤ ਇੰਪੋਰਟੈਂਟ ਆ ਬੇਟਾ। μ2 ਵਿਦ ਰਿਸਪੈਕਟ ਟੂ 1 - 1/r1, ਦੂਜੇ ਮੀਡੀਅਮ ਦੀ ਪਹਿਲੇ ਦੇ ਰਿਸਪੈਕਟ ਤੇ ਰਿਫਰੈਕਟਿਵ ਇੰਡੈਕਸ -1/r1। ਓਕੇ, ਆ ਜਾਓ। ਹੁਣ ਮੈਂ ਕੀ ਕੀਤਾ, ਹੁਣ ਮੈਂ ਦੂਜਾ ਸਰਫੇਸ ਚੱਕਿਆ x p2y 4। ਨਾਓ ਹੁਣ ਹੋਇਆ ਕੀ, ਹੁਣ x p2y ਦੇ ਵਾਰੀ ਆ ਇਮੇਜ ਜਿਹੜੀ ਆ, ਹੁਣ ਦੇਖੋ, ਹੁਣ ਇਹਨੂੰ ਭੁੱਲ ਜਾਓ ਪਹਿਲੇ ਸਰਫੇਸ ਨੂੰ। ਹੁਣ ਲਾਈਟ ਇਧਰੋਂ ਆ ਰਹੀ ਕਿਤੇ ਉੱਪਰੋਂ, ਜਦੋਂ ਲਾਈਟ ਇਧਰੋਂ ਆ ਰਹੀ ਤਾਂ ਆਬਜੈਕਟ ਇਧਰ ਵਿੱਚ ਕਿਤੇ ਹੋਊਗਾ। ਆਹ ਸਰਫੇਸ ਹੈ ਹੀ ਨਹੀਂ ਨਾ, ਹੁਣ ਸਰਫੇਸ ਆ ਹੈਗਾ, ਇਹ ਵੀ ਕਨਵੈਕਸ ਸਰਫੇਸ ਆ, ਧਿਆਨ ਰੱਖਿਓ, ਹੈਗਾ ਇਹ ਵੀ ਕਨਵੈਕਸ ਸਰਫੇਸ ਆ, ਪਰ ਆਬਜੈਕਟ ਇੱਕ ਵਾਰ ਮੈਂ ਕਿੱਥੇ ਮੰਨਦਾ ਕਿ ਆਬਜੈਕਟ ਇਹਦੇ ਵਿੱਚ ਅੰਦਰੋਂ ਉੱਥੇ ਕਿਤੇ ਪਿਆ, ਉਧਰ ਜਿਹੜਾ ਆਬਜੈਕਟ ਪਿਆ ਉਹਦੀ ਪੋਜੀਸ਼ਨ ਤਾਂ ਮੈਨੂੰ ਮਿਲਦੀ ਨਹੀਂ, ਪਰ ਉਹ ਆਬਜੈਕਟ ਦੀ ਲਾਈਟ ਜਿਹੜੀ ਆ ਰਹੀ ਹੈ ਉਹ ਸਿੱਧੀ ਇੱਥੇ ਆ ਰਹੀ ਹੈ।
ਤਾਂ I1 ਇੱਕ ਵਰਚੁਅਲ ਆਬਜੈਕਟ ਦਾ ਕੰਮ ਕਰੂਗਾ। ਪਹਿਲੇ ਦਿਨ ਲੈਕਚਰ 'ਚ ਦੱਸਿਆ ਸੀ ਰੀਅਲ ਆਬਜੈਕਟ ਐਂਡ ਵਰਚੁਅਲ ਆਬਜੈਕਟ, ਉਹਦਾ ਯੂਜ਼ ਆ ਗਿਆ ਇੱਥੇ। ਆ ਇੱਕ ਵਰਚੁਅਲ ਆਬਜੈਕਟ ਹੋਊਗਾ। This I1 behaves as object for second surface, ਲਿਖ ਦਿਓ ਇਹ ਗੱਲ। Now the image I1 behaves as virtual object for surface X P2Y। ਜਿਹੜਾ XP2Y ਸਰਫੇਸ ਹੈ ਨਾ ਬੇਟਾ, ਇਹਦੇ ਵਾਸਤੇ ਇਸ ਇਮੇਜ ਨੇ ਆਬਜੈਕਟ ਦਾ ਕੰਮ ਕੀਤਾ। ਜਦੋਂ ਇਹਨੇ ਆਬਜੈਕਟ ਦਾ ਕੰਮ ਕੀਤਾ ਮਤਲਬ ਐਦਿਕਰ ਆਬਜੈਕਟ ਡਿਸਟੈਂਸ ਕਿੰਨੀ ਹੋ ਗਈ ਸਾਡੀ? ਐਦਿਕਰ ਆਬਜੈਕਟ ਡਿਸਟੈਂਸ ਹੋ ਗਈ V1, U ਦੀ ਜਗ੍ਹਾ ਤੇ V1 ਆ ਗਈ। ਹੁਣ ਦੇਖੋ ਹੋਇਆ ਕੀ, ਇੱਥੇ ਰਿਫਰੈਕਸ਼ਨ ਕਰਾਉਣਾ। ਰਿਫਰੈਕਸ਼ਨ ਵਾਸਤੇ ਮੈਨੂੰ ਨਾਰਮਲ ਡਰਾ ਕਰਨਾ ਪਊ ਇੱਥੇ, ਤਾਂ ਮੈਂ ਨਾਰਮਲ ਬਲੂ ਕਲਰ ਦੇ ਨਾਲ ਡਰਾ ਕਰਤਾ। ਆ ਦੇਖੋ ਇਹ ਨਾਰਮਲ ਸਿੱਧਾ ਇੱਥੇ ਪਹੁੰਚ ਰਿਹਾ। ਇਸ ਪੁਆਇੰਟ ਦਾ ਨਾਮ ਆ C2, ਦੂਜੇ ਸਰਫੇਸ ਦਾ ਸੈਂਟਰ। ਇਸ ਸਰਫੇਸ ਦਾ ਸੈਂਟਰ ਇੱਥੇ ਆ ਗਿਆ। ਇਹ ਦੋਨੋਂ ਨਾਰਮਲ ਆ ਬਲੂ ਕਲਰ ਦੇ, ਮੈਂ ਅਲੱਗ ਤੋਂ ਬਣਾਏ ਆ। ਲਾਈਟ ਨਾਰਮਲ ਵੱਲ ਨੂੰ ਮੁੜੂ ਜਾਂ ਨਾਰਮਲ ਤੋਂ ਦੂਰ ਹਟੂਗੀ? ਬੋਲੋ ਬਈ, ਲਾਈਟ ਕਿੱਧਰ ਨੂੰ ਜਾਊਗੀ? ਲਾਈਟ ਨਾਰਮਲ ਵੱਲ ਨੂੰ ਮੁੜੂ ਜਾਂ ਨਾਰਮਲ ਤੋਂ ਦੂਰ ਹਟੂ? ਜਲਦੀ ਬੋਲੋ। ਵੱਲ ਨੂੰ ਹੀ ਜਾਊਗੀ ਸਰ। ਅੱਛਾ, ਘਰ ਦਾ ਰਾਜ ਆ ਤੇਰਾ, ਡੈਂਸਰ ਤੋਂ ਰੇਰਰ ਜਾ ਰਹੀ, ਤੈਨੂੰ ਨਹੀਂ ਪਤਾ ਲੱਗ ਰਿਹਾ? ਆ ਕਿਹੜਾ ਮੀਡੀਅਮ ਆ? ਲਾਈਟ ਡੈਂਸਰ ਤੋਂ ਰੇਰਰ ਜਾ ਰਹੀ ਆ। ਸਰ ਮੈਂ I1 ਦੀ I1 ਨੂੰ ਪਿਆ ਰਹਿਣ ਦੇ, ਆਪਣਾ ਕੀ ਲੈਂਦਾ ਤੂੰ? ਇਹ ਦੇਖ ਨਾ ਲਾਈਟ ਆ ਕਿੱਧਰੋਂ ਰਹੀ ਆ। ਉਹ ਤਾਂ ਵਰਚੁਅਲ ਆਬਜੈਕਟ ਆ, ਉਹ ਰੀਅਲ ਆਬਜੈਕਟ ਤਾਂ ਹੈ ਹੀ ਨਹੀਂ। ਜੇ ਰੀਅਲ ਆਬਜੈਕਟ ਹੁੰਦਾ ਤਾਂ ਲਾਈਟ ਐ ਆਉਂਦੀ। ਉਹ ਰੀਅਲ ਆਬਜੈਕਟ ਹੈ ਹੀ ਨਹੀਂ, ਉਹ ਤਾਂ ਵਰਚੁਅਲ ਆਬਜੈਕਟ ਆ। ਉਹ ਤਾਂ ਸਿਰਫ ਸਾਨੂੰ ਡਿਸਟੈਂਸ ਵਾਸਤੇ ਹੈਲਪ ਕਰੂਗਾ, ਹੋਰ ਕੁਝ ਨਹੀਂ। ਕਲੀਅਰ ਹੈ ਕਿ ਨਹੀਂ ਕਲੀਅਰ? ਹਾਂਜੀ ਸਰ। ਹਾਂ ਬਈ, ਓਕੇ। ਨਾਰਮਲ ਤੋਂ ਦੂਰ, ਅਵੇ ਫਰਮ ਦਾ ਨਾਰਮਲ, ਗੁੱਡ, ਅਵੇ ਫਰਮ ਦਾ ਨਾਰਮਲ। ਤਾਂ ਲਾਈਟ ਜਾਂਦੀ ਜਾਂਦੀ ਨਾਰਮਲ ਆ ਰਿਹਾ, ਇਹ ਤੋਂ ਦੂਰ ਹਟ ਜੂ, ਲਾਈਟ ਇਧਰ ਵੱਲ ਨੂੰ ਮੁੜ ਜੂ। ਇੱਥੇ ਸਾਡੀ ਫਾਈਨਲ ਇਮੇਜ ਆਈ ਬਣ ਜੂਗੀ। ਫਾਈਨਲ ਇਮੇਜ ਨੋਟ ਕਰਿਓ, ਆ ਇਮੇਜ ਤਾਂ ਬਣੀ ਨਹੀਂ ਨਾ, ਆ ਇਮੇਜ ਤਾਂ ਬਣੀ ਨਹੀਂ। ਫਾਈਨਲ ਇਮੇਜ ਆਈ ਬਣ ਗਈ। डिस्टेंस बोलो, फाइनल इमेज की डिस्टेंस v लिख ला, फाइनल इमेज की डिस्टेंस v और एदा सेंटर जिहड़ा आ वाला एदी रेडियस कितनी होगी? रेडियस ऑफ कर्वेचर r2, एदी रेडियस ऑफ कर्वेचर r2, ध्यान रखियो आ r2 डिस्टेंस, आ सेंटर इमेज की डिस्टेंस v, नीचे वाली डिस्टेंस v1 ऐद की बार ऑब्जेक्ट डिस्टेंस ना होगी v1, इमेज डिस्टेंस होगी v। फार्मूला साडा किहड़ा लगूगा? फार्मूला लगूगा जो ऑब्जेक्ट बाहर पिया कि अंदर पिया? ऑब्जेक्ट, हुण तुसीं कहोगे जी ऑब्जेक्ट तो बाहर पिया, ओ पुत्रो ऑब्जेक्ट बाहर नहीं पिया, ऑब्जेक्ट तो लाइट आई किधरों? तुसीं ये देखो लाइट डेंसर मीडियम चों आ रही, तां ਇਹਦਾ मतलब ऑब्जेक्ट विच पिया। हाँ ठीक है भी डिस्टेंस वास्ते असीं वर्चुअल डिस्टेंस वास्ते इमेज वर्चुअल बना ली इधर, पर एक्चुअल च तां ऑब्जेक्ट इत्थे ऑब्जेक्ट वर्चुअल मान लिया आपां, एक्चुअल च तां ऑब्जेक्ट बहुत पिछे है ना, इस पासे इहदे विच ऑब्जेक्ट आ, तां साडा किहड़ा केस आऊगा? दूजा केस, सैकंड केस। उस केस च मैं की कीता सी? मैं इन्हां दोनां नूं आपस च रिप्लेस कीता सी, याद होऊगा तुहानूं। इहनूं इधर ले आया, म्यू ओवर यू माइनस 1 ओवर वी इज इक्वल टू म्यू माइनस 1 ओवर आर। आ मैं जानबूझ के साइड ते लिख रहा ताकि बच्चे नूं भुलेखा ना पवे, ठीक है? तो हुण केस किहड़ा आऊगा? जदों ऑब्जेक्ट अंदर पिया। सो for the refraction when object is placed in a denser medium। ਹੁਣ ਤੁਸੀਂ ਇੱਥੇ ਧਿਆਨ ਰੱਖਿਓ ਇਸ ਗੱਲ ਦਾ ਵੀ ਤੁਸੀਂ ਤੁਹਾਡੇ ਦਿਮਾਗ 'ਚ ਇਹ ਗੱਲ ਆਊਗੀ ਵੀ ਆਬਜੈਕਟ ਤਾਂ ਬਾਹਰ ਪਿਆ, ਸਰ ਗਲਤ ਲਿਖਵਾ ਰਹੇ, ਸਰ ਤੇ ਕਹਿੰਦੇ ਅੰਦਰ। ਉਹ ਭਾਈ ਲਾਈਟ ਅੰਦਰੋਂ ਆ ਰਹੀ ਹੈ, ਮੈਂ ਕੀ ਕਰਾਂ? ਇਧਰੋਂ ਆ ਰਹੀ ਹੈ, ਠੀਕ ਹੈ? ਤਾਂ ਆਬਜੈਕਟ ਡੈਂਸਰ ਮੀਡੀਅਮ 'ਚ ਪਿਆ, ਤਾਂ ਡੈਂਸਰ ਮੀਡੀਅਮ ਵਾਲਾ ਫਾਰਮੂਲਾ ਵਾਲਾ, ਇਸ ਫਾਰਮੂਲੇ 'ਚ ਇੱਥੇ ਆਬਜੈਕਟ ਡਿਸਟੈਂਸ ਰੱਖਣੀ ਆ, ਇੱਥੇ ਇਮੇਜ ਡਿਸਟੈਂਸ ਰੱਖਣੀ ਆ, ਬਸ ਇੰਨਾ ਹੀ ਫਰਕ ਆ। ਤਾਂ ਮੈਂ ਫਾਰਮੂਲਾ ਕੀ ਲਿਖਿਆ? ਮੈਂ ਫਾਰਮੂਲਾ ਲਿਖਿਆ ਮਿਊ ਡਿਵਾਈਡ ਬਾਈ ਯੂ, ਯੂ ਦੀ ਥਾਂ ਤੇ ਆਬਜੈਕਟ ਡਿਸਟੈਂਸ ਲਿਖੀ ਮੈਂ v1,
माइनस 1 ओवर इमेज डिस्टेंस v इज इक्वल टू म्यू 2 विद रिस्पेक्ट टू 1, इत्थे भी 2 विद रिस्पेक्ट टू 1 पा देना, माइनस 1 अपॉन r। ये साडे कोले इक्वेशन नंबर 2 होगी। जिन्हें इन्ना काम कर लिया ਉਹਦਾ डेरिवेशन हो गया, क्योंकि अगे तो बचे ही कुछ नहीं। जिन्हें इन्ना काम कर लिया ना ਉਹਦਾ डेरिवेशन हो गया, क्योंकि हुण तां साडे कोले बचे ही कुछ नहीं, हुण तां रिजल्ट आ गया। ठीक है ना, करिए भी रिजल्ट। आ जाओ, जिन्हों आ नहीं समझ आया वो पूछ सकता। इत्थे डेंसर मीडियम वाला फार्मूला लाउणा, इत्थे रेयर मीडियम वाला। आ ऑब्जेक्ट डिस्टेंस आ, इमेज डिस्टेंस आ। इस इमेज ने दूजे सरफेस वास्ते ऑब्जेक्ट का काम करता, तो आ ऑब्जेक्ट डिस्टेंस आ, इमेज डिस्टेंस आ। मैं तां नहीं सी चेंज करे नीचे वाले पासों, क्योंकि इत्थे समझना सौखा, नहीं तो बच्चे नीचे वाले पासों चेंज कर दिंदे आ, उहदे नाल पंगा पै जांदा। आ जाओ, इक्वेशन 1 माइनस इक्वेशन 2 चको, आंसर आ गया तुहाडा। इक्वेशन 1 चो इक्वेशन 2 माइनस कर दो। इक्वेशन 1 माइनस इक्वेशन 2 तो मेरे को आ गया माइनस 1 ओवर यू प्लस म्यू 2 विद रिस्पेक्ट टू 1 अपॉन वी, माइनस इत्थे माइनस लग गया, माइनस म्यू 2 विद रिस्पेक्ट टू 1 अपॉन वी 1, अभी v1 और प्लस 1 ओवर v इज इक्वल टू म्यू 2 विद रिस्पेक्ट टू माइनस 1, म्यू 2 विद रिस्पेक्ट टू 1 माइनस 1 अपॉन r1। इत्थे r2 लिखियो बई, रेडियस है पर r2 आ, इत्थे r2 लिखियो। आ पहला फार्मूला हो गया, और इहदे नाल माइनस कर दो, माइनस म्यू 2 विद रिस्पेक्ट टू 1 माइनस 1 अपॉन r2। सबट्रैक्शन कर दो पुत्रो, सबट्रैक्शन कर दो, सबट्रैक्शन यानी कि इस इक्वेशन चो उन्होंने माइनस कर दो। इत्थे r1 ना, इत्थे r2, उपरों तो कॉमन ही आ जाऊगा। तुहाडा रिजल्ट देखो, आ टर्म जिहड़ी इमेज बनी नहीं सी, वो टर्म अपने आप कैंसल होगी। जिहड़ी इमेज बनी नहीं सी, वो टर्म अपने आप ही कैंसल होगी, सानू कैंसल करने की लोड़ नहीं है, वो टर्म अपने आप कैंसल होगी। फार्मूला बनया माइनस 1 ओवर यू प्लस 1 ओवर वी इज इक्वल टू म्यू 2 विद रिस्पेक्ट टू 1 माइनस 1 चो कॉमन आ गया, और विच की रह गया, म्यू का ध्यान रखियो, विच रह गया 1 ओवर r1 माइनस 1 ओवर r2। आ चको, आ तुहाडे कोले रिलेशन बन गया। इस रिलेशन च ध्यान नाल देखो, आ चीज किते पढ़ी है, माइनस 1 ओवर यू प्लस 1 ओवर वी। क्यों बई, माइनस 1 ओवर यू प्लस 1 ओवर वी किहदे इक्वल हुंदा? वो लेंस इक्वेशन पढ़ी हुई आ। आ फार्मूला 1 ओवर एफ दे इक्वल हुंदा, या ऐ लिख दो, व्हेन u इज इक्वल टू, जो ऑब्जेक्ट इनफिनिटी ते होवे, when u is equal to minus infinity, then यानी कि ऑब्जेक्ट एट इनफिनिटी, then v is equal to plus f, image at focus। लिख लो ये गल, जदों ऑब्जेक्ट इनफिनिटी ते होवे ते इमेज फोकस ते बनदी है कि नहीं बनदी? ये गल समझदे आ ना? जे ऑब्जेक्ट बड़ी दूर होवे, भावें लेंस होवे भावें मिरर होवे, जो मर्जी है स्फेरिकल मिरर, जो ऑब्जेक्ट इनफिनिटी ते इमेज फोकस पे आऊगी। हुणे आपां फोकस पॉइंट वाले फंडे च करके भी आए आपां, इस चीज नूं करके आए ना, बस इदां कर देना मैं। तो u दी वैल्यू माइनस इनफिनिटी ते v दी वैल्यू प्लस f, ये वो रूल है जिहड़ा रूल तुहानूं आउंदा आ, नवां कुछ नहीं लिखवाया। पुट कर दो, माइनस 1 अपॉन माइनस इनफिनिटी प्लस 1 ओवर f इज इक्वल टू म्यू 2 विद रिस्पेक्ट टू 1 माइनस 1 इंटू 1 ओवर r1 माइनस 1 ओवर r2। स्टैप तो है 5, टैन नाल देखो 1 2 3 4 ते 5 स्टैप तो है 5, पर जे 5 स्टैप ढंग नाल कर ले तो नंबर 5 आने आ, ते जे 5 स्टैप ढंग नाल नहीं कीते तो नंबर कुछ नहीं आता। आंसर आ गया 0। 1 अपॉन इनफिनिटी 0, नोट कर लो पेज के ऊपर खाली थां ते, 1 ओवर इनफिनिटी 0, 0 प्लस 1 अपॉन f is equal to mu minus 1 into 1 over r1 minus 1 over r2। So this is the lens maker formula। आ भी lens maker formula, आ वाला किते आखो ये lens maker formula नहीं गा, आ भी lens maker formula
ਕਈ ਥਾਵਾਂ ਤੇ ਇਹ ਯੂਜ਼ ਆ ਜਾਂਦਾ ਆਬਜੈਕਟ ਡਿਸਟੈਂਸ ਇਮੇਜ ਡਿਸਟੈਂਸ ਦਿੱਤੀ ਇਹ ਲਾ ਦਿਓ ਠੀਕ ਹੈ ਜੇ ਫੋਕਲ ਲੈਂਥ ਦਿੱਤੀ ਫਿਰ ਆ ਲਾ ਦਿਓ 1/f is equal to mu2 with respect to 1 minus 1 into 1/r1 minus 1/r2 ਇਹ ਤੁਹਾਡਾ ਬੇਟਾ ਲੈਂਸ ਮੇਕਰ ਫਾਰਮੂਲਾ ਨੋਟ ਕਰ ਬਹੁਤ ਬਹੁਤ ਇੰਪੋਰਟੈਂਟ ਕੱਲ ਤੁਹਾਨੂੰ ਮੈਂ ਕਨਕੇਵ ਵਾਸਤੇ ਵੀ ਕਰਵਾ ਦੂੰ ਕਨਕੇਵ ਵਾਸਤੇ ਕੁਝ ਨਹੀਂ ਕੱਲਾ ਡਾਇਗਰਾਮ ਬਣਵਾਉਂਗਾ ਕਿਉਂਕਿ ਡੈਰੀਵੇਸ਼ਨ ਦੇ ਵਿੱਚ ਕੋਈ ਫਰਕ ਹੀ ਨਹੀਂ ਸਾਰਾ ਡੈਰੀਵੇਸ਼ਨ ਕਾਪੀ ਆ ਕੱਲਾ ਡਾਇਗਰਾਮ ਦਾ ਫਰਕ ਆ ਠੀਕ ਆ ਤਾਂ ਡਾਇਗਰਾਮ ਮੈਂ ਬਣਵਾ ਦੂੰਗਾ ਡੈਰੀਵੇਸ਼ਨ ਤੁਸੀਂ ਆਪੇ ਕਰ ਲਿਓ ਆਹੀ ਸੇਮ ਡੈਰੀਵੇਸ਼ਨ ਚੱਲੂਗਾ ਸੋ ਲਿਖ ਦਿਓ ਦਿਸ ਇਜ਼ ਲੈਂਸ ਮੇਕਰ ਫਾਰਮੂਲਾ ਲਿਖ ਦਿਓ ਥੱਲੇ ਦਿਸ ਇਜ਼ ਲੈਂਸ ਮੇਕਰ ਫਾਰਮੂਲਾ ਇਹ ਸਾਡਾ ਬੇਟਾ ਲੈਂਸ ਮੇਕਰ ਫਾਰਮੂਲਾ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਸਮਝ ਆਇਆ ਜੀ ਬੇਟਾ ਕਹਾਣੀ ਕਲੀਅਰ ਆ ਕਿ ਨਹੀਂ ਕਲੀਅਰ ਹਾਂਜੀ ਸਰ ਕਲੀਅਰ ਹੈ ਨਾ ਚਲੋ ਇਹਨੂੰ ਮਾੜੀ ਜਿਹਾ ਹੋਰ ਲਿਖ ਲਓ ਫਿਰ 1/f is equal to ਆ mu2 with respect to 1 ਨੂੰ ਕੀ ਲਿਖਾਂ mu2 by mu1 minus 1 into ਇਹਨੂੰ ਐਵੇਂ ਹੀ ਲਿਖ ਸਕਦੇ ਮੰਨ ਲਓ ਅੱਡ ਰਿਫਰੈਕਟਿਵ ਇੰਡੈਕਸ ਦਿੱਤੀ ਹੋਵੇ ਦੋਨੋਂ ਮੀਡੀਅਮ ਦੀ ਕੱਚ ਦੀ ਰਿਫਰੈਕਟਿਵ ਇੰਡੈਕਸ ਅਲੱਗ ਦਿੱਤੀ ਹੋਵੇ ਇਹਦੀ ਔਰ ਬਾਹਰ ਵਾਲਾ ਮੀਡੀਅਮ ਪਾਣੀ ਹੋਵੇ ਪਾਣੀ ਦੀ ਅਲੱਗ ਦਿੱਤੀ ਹੋਵੇ ਤਾਂ ਫਿਰ ਤੁਸੀਂ ਆਹ ਵਾਲਾ ਫਾਰਮੂਲਾ ਲਾ ਲਿਓ mu2 by mu1 ਕਰ ਲਿਓ ਵੈਸੇ ਤੁਹਾਨੂੰ ਇਹ ਕਰਵਾਇਆ ਹੈ ਰਿਫਰੈਕਟਿਵ ਇੰਡੈਕਸ ਫਾਈਂਡ ਕਰਨ ਵਾਸਤੇ ਆ ਦੋਨੋਂ ਹੀ ਫਾਰਮੂਲੇ ਤਾਂ ਤਿੰਨ ਫਾਰਮੂਲੇ ਲਿਖਵਾਏ ਆ 1 ਨੰਬਰ 2 ਨੰਬਰ ਐਂਡ 3 ਨੰਬਰ ਇਹ ਤਿੰਨੋਂ ਹੀ ਫਾਰਮੂਲੇ ਲੈਂਸ ਮੇਕਰ ਫਾਰਮੂਲੇ ਆ ਠੀਕ ਆ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਬਹੁਤ ਆ ਬਾਕੀ ਕੰਮ ਕੱਲ ਕਰਾਂਗੇ ਥੈਂਕ ਯੂ